ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡਾ ਆਪਣਾ ਸ਼ੋ ਖਬਰ ਪੜਤਾਲ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਡੀਆਂ ਖਬਰਾਂ ਦੇ ਉੱਤੇ ਖਬਰ ਪੜਤਾਲ ਕਰਦੇ ਹਾਂ। ਅੱਜ ਦੀਆਂ ਵੀ ਖਬਰਾਂ ਨੇ ਵੱਡੀਆਂ। ਸਭ ਤੋਂ ਪਹਿਲਾਂ ਮਾਘੀ ਦੇ ਅੱਜ ਦੇ ਪਵਿੱਤਰ ਦਿਹਾੜੇ ਦੀਆਂ ਸਭ ਨੂੰ ਮੁਬਾਰਕਬਾਦ ਹੈ ਤੇ ਇਸ ਦੇ ਨਾਲ ਹੀ ਖਬਰਾਂ ਦੇ ਵੱਲ ਵੀ ਵਧਾਂਗੇ। ਅੱਜ ਦੀਆਂ ਵੱਡੀਆਂ ਖਬਰਾਂ ਰਹਿਣਗੀਆਂ ਕਿ ਆਖਰਕਾਰ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਕਮੇਟੀ ਦੇ ਉੱਤੇ ਅਸਹਿਮਤੀ ਜਤਾ ਦਿੱਤੀ ਹੈ ਕਿਸਾਨਾਂ ਦੇ ਵੱਲੋਂ, ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅੰਦੋਲਨ ਦਾ ਭਵਿੱਖ ਕੀ ਰਹੇਗਾ। ਨਵਜੋਤ ਸਿੰਘ ਸਿੱਧੂ ਦਾ ਟਵੀਟ ਬੜੀਆਂ ਚਰਚਾਵਾਂ ਦੇ ਵਿੱਚ, ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਪੰਜਾਬ ਕੈਬਨਿਟ ਦੀ ਬੈਠਕ ਹੈ ਅੱਜ। ਅਹਿਮ ਗੱਲ ਹੈ ਕਿ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਤੁਰੰਤ ਬਾਅਦ ਕੈਪਟਨ ਅਮਰਿੰਦਰ ਸਿੰਘ ਇਸ ਦਾ ਹੁਕਮ ਦਿੰਦੇ ਨੇ, ਸੋ ਇਸ ਦੇ ਉੱਤੇ ਵੀ ਚਰਚਾ ਕਰਾਂਗੇ ਕਿ ਅੱਜ ਦੀ ਬੈਠਕ ਦੇ ਵਿੱਚ ਕੀ ਕੁਝ ਖਾਸ ਰਹੇਗਾ। ਤੇ ਨਾਲ ਹੀ ਆਮ ਆਦਮੀ ਪਾਰਟੀ ਨੇ ਵੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਹੈ, ਇਸ ਦੇ ਉੱਤੇ ਵੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਾਂਗੇ ਕਿਉਂਕਿ 2 ਦਿਨ ਦੇ ਦਿੱਲੀ ਦੇ ਵਿੱਚ ਜਾ ਕੇ ਕਵਰੇਜ ਕਰਨ ਤੋਂ ਬਾਅਦ ਅੱਜ ਪਹੁੰਚੇ ਨੇ ਤੇ ਹੁਣ ਸਟੂਡੀਓ ਦੇ ਵਿੱਚ ਮੌਜੂਦ ਨੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਕਿਸਾਨਾਂ ਦੇ ਵੱਲੋਂ ਕਾਨੂੰਨਾਂ ਦੀਆਂ ਜੋ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ ਆ, ਉਸ ਦਾ ਕੀ ਸੰਕੇਤ ਵੇਖ ਰਹੇ ਹੋ? ਦੇਖੋ, ਮੈਂ ਕਿਉਂਕਿ ਲਗਾਤਾਰ 2-3 ਦਿਨ ਮੈਂ ਕਿਸਾਨਾਂ 'ਚ ਵਿਚਰਦਾ ਰਿਹਾ। ਮੈਂ ਭਾਵੇਂ ਕੈਮਰੇ ਤੇ ਮਾਈਕ ਅੱਗੇ ਘੱਟ ਬੋਲਿਆ ਕਿਉਂਕਿ ਮੇਰਾ ਜਿਹੜਾ ਮਕਸਦ ਸੀਗਾ ਕਿ ਇਸ ਵਕਤ ਮਾਨਸਿਕਤਾ ਕੀ ਹੈ ਸਾਡੇ ਕਿਸਾਨਾਂ ਦੀ, ਮਾਨਸਿਕ ਸਥਿਤੀ ਉਹਨਾਂ ਦੀ ਕੀ ਹੈ। ਔਰ ਮੈਂ ਇਹ ਦੇਖਦਾ ਕਿ ਜ਼ਮੀਨੀ ਪੱਧਰ 'ਤੇ ਕਿਸਾਨੀ ਨੂੰ ਸਮਝਣ ਦੇ ਲਈ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਭਾਵੇਂ ਸੁਪਰੀਮ ਕੋਰਟ ਦੇ ਸਾਡੇ ਚੀਫ ਜਸਟਿਸ ਨੇ ਉਹ ਭੇਸ ਬਦਲ ਕੇ ਜਾਣ, ਪ੍ਰਧਾਨ ਮੰਤਰੀ ਸਾਹਿਬ ਭੇਸ ਬਦਲ ਕੇ ਜਾਣ, ਕਿਉਂਕਿ ਜਦ ਤੱਕ ਤੁਸੀਂ ਉਹਨਾਂ ਕਿਸਾਨਾਂ ਦੀ ਵੱਡੀ ਭੀੜ 'ਚ ਇੱਕ ਬਹੁਤ ਸਧਾਰਨ ਤੇ ਨਾ ਪਹਿਚਾਣੇ ਜਾਣ ਵਾਲੇ ਵਿਅਕਤੀ ਬਣ ਕੇ ਨਹੀਂ ਜਾਂਦੇ, ਸ਼ਾਇਦ ਤੁਸੀਂ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਰਹਿ ਜਾਓਗੇ। ਸੁਪਰੀਮ ਕੋਰਟ ਨੇ ਬਹੁਤ ਵੱਡਾ ਫੈਸਲਾ ਕੀਤਾ ਕਮੇਟੀ ਬਣਾਉਣ ਦਾ, ਪਰ ਮੈਂ ਇਹ ਕਹੂੰਗਾ ਕਿ ਸਿਰਫ ਇੱਕ 4 ਮੈਂਬਰਾਂ ਦੀ ਕਮੇਟੀ ਦੇ ਨਾਲ ਖੇਤੀ ਕਾਨੂੰਨਾਂ ਦੇ ਅਸਰ ਦਾ ਨਿਚੋੜ ਨਿਕਲ ਆਉਣਾ ਇਹ ਇੱਕ ਬਹੁਤ ਵੱਡਾ ਕਰਿਸ਼ਮਾ ਹੋਊਗਾ ਅਗਰ ਇਹ ਹੋ ਜਾਂਦਾ ਤਾਂ। ਕਿਉਂਕਿ ਦੇਖੋ, ਕਮੇਟੀ ਦੀ ਬਣਤਰ ਤੋਂ ਬਾਅਦ ਕਿਸਾਨਾਂ ਨੇ ਕਮੇਟੀ ਨੂੰ ਇੱਕ ਤਰੀਕੇ ਨਾਲ ਨਕਾਰਤਾ। ਕਮੇਟੀ ਬਣਨ ਤੋਂ ਬਾਅਦ ਨਹੀਂ ਨਕਾਰਿਆ, ਕਿਸਾਨਾਂ ਨੇ ਕਮੇਟੀ ਦੇ ਬਣਨ ਤੋਂ ਪਹਿਲਾਂ ਹੀ ਨਕਾਰਤਾ ਸੀ। ਇੱਕ ਦਿਨ ਪਹਿਲਾਂ ਹੀ ਜਦੋਂ ਸੁਣਵਾਈ ਹੋਈ ਜਿਹਦੇ 'ਚ ਸਾਡੇ ਮੁਲਕ ਦੇ ਵੱਡੇ ਸੀਨੀਅਰ ਵਕੀਲ ਸੀ ਔਰ ਇੰਡੀਆ ਦੀ ਬਾਰ ਕੌਂਸਲ ਦੇ ਸੀਨੀਅਰ ਮੈਂਬਰ ਸੀ, ਸੀਨੀਅਰ ਵਕੀਲ HS ਫੁਲਕਾ ਸੀ, ਸੋ ਉਸੇ ਦਿਨ ਤੋਂ ਇਹ ਨਜ਼ਰ ਆਉਣ ਲੱਗ ਗਿਆ ਸੀ ਕਿ ਮਾਨਸਿਕ ਤੌਰ ਦੇ ਉੱਤੇ ਕਿਸਾਨ ਦੇ ਦੁੱਖ ਨੂੰ, ਕਿਸਾਨ ਦੀ ਖੇਤੀਬਾੜੀ ਨਾਲ ਜੁੜੀ ਤਕਲੀਫ ਨੂੰ ਸਮਝਣ ਦੀ ਜ਼ਰੂਰਤ ਹੈ ਔਰ ਹਾਲੇ ਬਹੁਤ ਕੁਝ ਇਸ ਦਿਸ਼ਾ ਦੇ ਵਿੱਚ ਹੋਰ ਹੋਣਾ ਚਾਹੀਦਾ ਸੀ। ਸੋ ਮੈਂ ਇੱਕ ਇੱਕ ਕਰਕੇ ਸਾਰੀਆਂ ਗੱਲਾਂ 'ਤੇ ਆਊਂਗਾ, ਪਰ ਜਿਹੜੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਨੇ ਕਿਸਾਨਾਂ ਨੇ, ਅਸਲ 'ਚ ਇਹ ਉਹ ਜੋਸ਼ ਤੇ ਜਜ਼ਬਾ ਹੈ ਜਿਸ ਜੋਸ਼ ਤੇ ਜਜ਼ਬੇ ਦੀ ਸਾਨੂੰ ਆਦਤ ਹੈ। ਸਾਡੇ ਕੋਲੇ ਵਿਰਾਸਤ ਹੈ ਭਗਤ ਸਿੰਘ ਹੋਣਾ ਦੀ, ਉਦਮ ਸਿੰਘ ਹੋਣਾ ਦੀ, ਲਾਲਾ ਲਾਜਪਤ ਰਾਏ ਨੇ, ਦੇਸ਼ ਦੇ ਵੱਡੇ ਵੱਡੇ ਲੀਡਰ ਰਹੇ ਨੇ, ਮਹਾਤਮਾ ਗਾਂਧੀ ਰਹੇ ਨੇ, ਬਹੁਤ ਵੱਡੇ ਵੱਡੇ ਮੁਲਕ 'ਚ ਲੀਡਰ ਰਹੇ ਨੇ ਜਿਨ੍ਹਾਂ ਨੇ ਇਸ ਮੁਲਕ ਦੇ ਵੱਖ-ਵੱਖ ਅੰਦੋਲਨਾਂ ਦੀ ਅਗਵਾਈ ਕੀਤੀ ਹੈ। ਤੁਹਾਨੂੰ ਯਾਦ ਹੋਣਾ ਅਸਹਿਯੋਗ ਅੰਦੋਲਨ ਵੀ ਚੱਲਿਆ ਸੀ, ਵੀ ਸਹਿਯੋਗ ਨਹੀਂ ਕਰਨਾ। ਮਤਲਬ ਕਿ ਸਾਡੇ ਮੁਲਕ ਦੇ ਲੋਕਾਂ ਨੂੰ ਆਪਣੇ ਹੱਕ ਲਈ, ਭਾਵੇਂ ਅਸੀਂ ਆਪਣੇ ਪਰਿਵਾਰ 'ਚ ਹੱਕ ਲੈਣਾ, ਭਾਵੇਂ ਅਸੀਂ ਆਪਣੀ ਸਟੇਟ ਤੋਂ ਹੱਕ ਲੈਣਾ, ਭਾਵੇਂ ਅਸੀਂ ਆਪਣੇ ਦੇਸ਼ ਦੀ ਸਰਕਾਰ ਤੋਂ ਹੱਕ ਲੈਣਾ, ਭਾਵੇਂ ਅਸੀਂ ਆਪਣੇ ਮੁਲਕ ਦਾ ਹੱਕ ਕਿਸੇ ਹੋਰ ਤੋਂ ਲੈਣਾ ਸੀ, ਉਦੋਂ ਸਾਡੇ ਲੋਕਾਂ ਨੂੰ ਅਮਨ ਕਾਨੂੰਨ ਦੇ ਨਾਲ, ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਸ਼ਾਂਤੀਪੂਰਵਕ ਤਰੀਕੇ ਦੇ ਨਾਲ ਸਾਨੂੰ ਸਬਰ ਰੱਖਣਾ ਆਉਂਦਾ ਤੇ ਸਾਨੂੰ ਸੰਘਰਸ਼ ਕਰਨਾ ਆਉਂਦਾ। ਤੇ ਜਿਹੜੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵੀ ਕਿਸਾਨਾਂ ਨੇ ਸਾੜੀਆਂ ਨੇ, ਇਹ ਵੀ ਸੰਕੇਤਕ ਵਿਰੋਧ ਹੈ ਕਿ ਸਾਡਾ ਹਰ ਤਿਉਹਾਰ ਤਾਂ ਹੀ ਹੈ ਅਗਰ ਸਾਡੇ ਨਾਲ ਜਸਟਿਸ ਹੋਊਗਾ। ਸੋ ਖੇਤੀ ਕਾਨੂੰਨ ਕਿਸਾਨਾਂ ਨੂੰ ਲੱਗਦਾ ਕਿ ਇਨਸਾਫ ਨਹੀਂ ਹੈ ਉਹਨਾਂ ਦੇ ਨਾਲ, ਔਰ ਕਿਤੇ ਨਾ ਕਿਤੇ ਮੈਨੂੰ ਵੀ ਲੱਗਦਾ ਕਿ ਇਹ ਜਿਹੜੇ ਖੇਤੀ ਕਾਨੂੰਨ ਜਿਸ ਤਰੀਕੇ ਨਾਲ ਬਣੇ ਨੇ ਉਹ ਪ੍ਰਕਿਰਿਆ ਇੰਨੀ ਪ੍ਰਭਾਵਸ਼ਾਲੀ ਨਹੀਂ ਸੀ। ਦੇਖੋ, ਸਰਕਾਰਾਂ ਦੇ ਚੰਗੇ ਫੈਸਲੇ ਵੀ ਹੁੰਦੇ। ਧਾਰਾ 370 ਹਟਾਈ ਨਰਿੰਦਰ ਮੋਦੀ ਦੀ ਸਰਕਾਰ ਨੇ, ਅਸੀਂ ਸਵਾਗਤ ਕੀਤਾ, ਤਰੀਕੇ ਦਾ ਨਹੀਂ ਕੀਤਾ। ਰਾਮ ਮੰਦਿਰ ਬਣ ਰਿਹਾ ਦੇਖੋ ਮੁਲਕ ਦੇ ਵਿੱਚ, ਸੁਪਰੀਮ ਕੋਰਟ ਦਾ ਫੈਸਲਾ ਆਇਆ, ਉਹਦਾ ਸਵਾਗਤ ਕਰਦੇ ਹਾਂ। ਨੋਟਬੰਦੀ ਦਾ ਫੈਸਲਾ ਕੀਤਾ, ਨੋਟਬੰਦੀ ਹੋਈ ਪਰ ਉਹਦਾ ਤਰੀਕਾ ਨਹੀਂ ਸੀ, ਗਲਤ। ਕਿੰਨੇ ਲੋਕ ਦੁਨੀਆ ਤੋਂ ਚਲੇ ਗਏ, ਕਿੰਨੇ ਲੋਕਾਂ ਨੂੰ ਸਹੂਲਤ ਨਹੀਂ ਹੋਈ, ਉਹਨਾਂ ਦੇ ਕਿਸੇ ਦਾ ਵਿਆਹ ਸੀ ਪਰਿਵਾਰ 'ਚ, ਲੋਕਾਂ ਨੂੰ ਪੈਸੇ ਨਹੀਂ ਮਿਲੇ, ਹਸਪਤਾਲਾਂ 'ਚ ਜ਼ਰੂਰਤ ਸੀ। ਮੈਂ ਉਹਨਾਂ ਦਿਨਾਂ 'ਚ ਦੱਸਿਆ ਸੀ ਕਿ ਇੱਕ ਵਿਅਕਤੀ ਦੀ ਮਾਤਾ ਜੀ ਹਸਪਤਾਲ 'ਚ ਦਾਖਲ ਸੀ ਤੇ ਉਹ ATM ਦੇ ਬਾਹਰ ਰੋ ਰਿਹਾ ਸੀ ਕਿਉਂਕਿ ATM 'ਚ ਪੈਸੇ ਨਹੀਂ ਸੀ ਨਿਕਲ ਰਹੇ। ਸੋ ਮੋਦੀ ਸਾਹਿਬ ਦੀ ਨੋਟਬੰਦੀ ਚੰਗੀ ਸੀ, ਤਰੀਕਾ ਮਾੜਾ ਸੀ। ਧਾਰਾ 370 ਚੰਗਾ ਫੈਸਲਾ ਹੈ, ਤਰੀਕਾ ਜ਼ਿਆਦਾ ਚੰਗਾ ਹੋ ਸਕਦਾ ਸੀ। ਖੇਤੀ ਕਾਨੂੰਨ ਚੰਗੇ ਹੋ ਸਕਦੇ ਨੇ,
ਪਰ ਜਿਸ ਤਰੀਕੇ ਨਾਲ ਇਹ ਕਾਨੂੰਨ ਬਣੇ ਜਾਂ ਲਾਗੂ ਕੀਤੇ ਉਹ ਵੀ ਤਰੀਕਾ ਜ਼ਿਆਦਾ ਪਸੰਦ ਨਹੀਂ ਆਇਆ। ਪਾਰਲੀਮੈਂਟ 'ਚ ਬਹੁਤੀ ਜ਼ਿਆਦਾ ਬਹਿਸ ਨਹੀਂ ਹੋਈ, ਕਹਿੰਦੇ 40-45 ਘੰਟੇ ਬਹਿਸ ਹੋਈ ਹੈ। 40-45 ਘੰਟੇ ਦੀ ਬਹਿਸ ਇੱਕ ਮੁਲਕ ਦੇ 130 ਕਰੋੜ ਦੀ ਆਬਾਦੀ ਲਈ ਕਾਨੂੰਨ ਬਣਾਉਣ ਦੇ ਲਈ ਕਾਫੀ ਨਹੀਂ ਹੈ। ਮੁਲਕ 'ਚ ਖੁੱਲ੍ਹੀ ਡਿਬੇਟ ਹੋਣੀ ਚਾਹੀਦੀ ਸੀ। ਜਿਹੜੇ ਕੰਮ ਹੁਣ ਹੋ ਰਹੇ ਨੇ ਅਗਰ ਇਹ ਪਹਿਲਾਂ ਹੋ ਜਾਂਦੇ ਤੇ ਫਿਰ ਇਹਨਾਂ ਦੀ ਜ਼ਰੂਰਤ ਨਹੀਂ ਸੀ ਪੈਣੀ। ਦੂਸਰਾ, ਅਗਰ ਖੇਤੀ ਕਾਨੂੰਨ ਚੰਗੇ ਨੇ ਤੇ ਇਹ ਸਮਝ ਕਿਉਂ ਨਹੀਂ ਆ ਰਹੇ ਲੋਕਾਂ ਦੇ? ਇਹਦੇ 'ਚ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਜੀ, ਹਾਂਜੀ। ਜਦੋਂ ਸਾਡੀ ਇੱਕ ਬੱਚੀ ਦੇ ਨਾਲ ਉੱਥੇ ਇੱਕ ਮਾੜੀ ਘਟਨਾ ਵਾਪਰੀ ਦਿੱਲੀ 'ਚ 2012 ਦਸੰਬਰ ਦੇ ਲਾਗੇ ਦੀ ਗੱਲ ਹੈ, 2011-12 ਪੂਰਾ ਵਰਾ ਮੈਨੂੰ ਯਾਦ ਨਹੀਂ, ਮੈਂ ਉਸ ਵੇਲੇ ਦਿੱਲੀ ਸੀ। ਉਸ ਤੋਂ ਬਾਅਦ ਜਸਟਿਸ ਵਰਮਾ ਦੀ ਕਮੇਟੀ ਦੀਆਂ ਰਿਕਮੈਂਡੇਸ਼ਨ ਆਈਆਂ, ਪੂਰੇ ਮੁਲਕ ਨੂੰ ਉਹ ਕਾਨੂੰਨ ਚਾਹੀਦਾ ਸੀ, ਉਹ ਕਾਨੂੰਨ ਬਣਿਆ। ਜਸਟਿਸ ਵਰਮਾ ਦੀਆਂ ਜਿਹੜੀਆਂ ਰਿਕਮੈਂਡੇਸ਼ਨਸ ਆਈਆਂ ਉਹ ਅੱਜ ਵੀ ਲਾਗੂ ਨੇ ਔਰ ਉਹਨਾਂ ਦੇ ਤਹਿਤ ਹੁਣ ਇਨਸਾਫ ਮਿਲ ਰਹੇ ਨੇ। ਉਹ ਮੁਲਜ਼ਮ ਸੀ ਜਿਹੜੇ ਉਹਨਾਂ ਨੂੰ ਫਾਂਸੀ 'ਤੇ ਵੀ ਲਟਕਾਇਆ ਜਾ ਚੁੱਕਿਆ। ਸੋ ਜਦੋਂ ਹੁਣ ਅਸੀਂ ਖੇਤੀ ਕਾਨੂੰਨ ਲਾਗੂ ਕਰਨੇ ਸੀ, ਜਿਹੜੇ ਕਾਨੂੰਨ ਸਾਡੀ 70% 80% ਆਬਾਦੀ ਨਾਲ ਸੰਬੰਧਿਤ ਨੇ, ਇਹਨਾਂ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਤਾਂ ਮੁਲਕ 'ਚ ਜਸ਼ਨ ਦਾ ਮਾਹੌਲ ਹੋਣਾ ਚਾਹੀਦਾ ਸੀ, ਭੰਗੜੇ ਪੈਂਦੇ ਹੋਣੇ ਚਾਹੀਦੇ ਸੀ ਵੀ ਸਾਡੇ ਖੇਤੀ ਕਾਨੂੰਨ ਨਵੇਂ ਆ ਰਹੇ ਨੇ, ਸਾਡੀ ਖੇਤੀ ਆਰਥਿਕਤਾ 'ਚ ਸੁਧਾਰ ਲੈ ਕੇ ਆਉਣਗੇ। ਖੇਤੀ ਕਾਨੂੰਨ ਵਿਰੋਧ 'ਚ ਲਾਗੂ ਹੋਏ ਨੇ, ਇਹ ਗੱਲ ਬਦਸ਼ਗਨੀ ਵਾਲੀ ਨਹੀਂ ਸੀ ਹੋਣੀ ਚਾਹੀਦੀ। ਭਾਵ ਕਿ ਕਿਤੇ ਨਾ ਕਿਤੇ ਸਰਕਾਰ ਦੀ ਸੋਚ ਨੀਅਤ ਚੰਗੀ ਹੈ, ਪੱਕਾਲੀ ਕਰ ਗਈ ਸਰਕਾਰ, ਹੈ ਗਗਨ ਜੀ। ਸੋ ਇਸ ਕਰਕੇ ਇਹ ਚੀਜ਼ਾਂ ਦੇਖਣੀਆਂ ਬਹੁਤ ਜ਼ਰੂਰੀ ਹੈ ਕਿ ਕਿਸਾਨਾਂ ਨੇ ਜਿਹੜੀਆਂ ਕਾਪੀਆਂ ਸਾੜੀਆਂ ਨੇ ਉਹਦੇ ਪਿੱਛੇ ਕਈ ਕਾਰਨ ਬਣੇ ਨੇ, ਜਿਸ ਕਰਕੇ ਨੌਬਤ ਆਈ ਕਿ ਕਿਸਾਨਾਂ ਨੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਨੇ। ਨਹੀਂ ਤਾਂ ਸਾਡਾ ਮੁਲਕ ਜਿੱਥੇ ਸੁਪਰੀਮ ਕੋਰਟ ਸਾਡੇ ਲਈ ਰੱਬ ਤੋਂ ਬਾਅਦ ਹੈ ਜੀ, ਸਾਡੇ ਧਰਮ ਰੱਬ ਤੋਂ ਬਾਅਦ ਸੁਪਰੀਮ ਕੋਰਟ ਹੈ, ਇਨਸਾਫ ਉੱਥੋਂ ਮਿਲਣ ਦੀ ਸਾਨੂੰ ਕਿੱਡੀ ਆਸ ਹੁੰਦੀ ਹੈ, ਇਨਸਾਫ ਮਿਲਦਾ ਵੀ ਹੈ, ਪਰ ਸੁਪਰੀਮ ਕੋਰਟ ਦੀ ਕਮੇਟੀ ਬਣਾਉਣ ਤੋਂ ਬਾਅਦ ਵੀ ਭਰੋਸਾ ਕਿਸਾਨਾਂ 'ਚ ਨਹੀਂ ਆ ਰਿਹਾ। ਕਿਸਾਨਾਂ ਦਾ ਮਤਲਬ ਹੈ ਮੁਲਕ 'ਚ ਭਰੋਸਾ ਨਹੀਂ ਆ ਰਿਹਾ ਕਿ ਇਸ ਕਮੇਟੀ ਦੇ ਬਣਨ ਨਾਲ ਸਾਨੂੰ ਇਨਸਾਫ ਮਿਲ ਜਾਊਗਾ। ਉਹਦਾ ਕਾਰਨ ਕੀ ਹੈ? ਪਿੱਛੇ 2 ਮਹੀਨਿਆਂ ਦਾ ਇਤਿਹਾਸ ਦੇਖ ਲਈਏ, ਇੰਨਾ ਕੁਝ ਗਲਤ ਹੋ ਚੁੱਕਿਆ ਕਿਸਾਨਾਂ ਦੇ ਨਾਲ, ਹਰ ਚੀਜ਼ ਤੋਂ ਉਹਨਾਂ ਦਾ ਇਤਬਾਰ ਚੱਕਿਆ ਗਿਆ। ਹੁਣ ਸਵਾਲ ਉੱਥੇ ਕੀਤੇ ਜਾ ਰਹੇ ਨੇ ਜੀ ਕਿ ਕਿਸਾਨਾਂ ਨੇ ਰਸਤੇ ਰੋਕਤੇ। ਕਿਸਾਨਾਂ ਨੇ ਰਸਤੇ ਨਹੀਂ ਰੋਕੇ, ਉਹਨਾਂ ਨੂੰ ਰੋਕਿਆ ਗਿਆ। ਹੁਣ ਤੇ ਗੱਲਾਂ ਸੁਪਰੀਮ ਕੋਰਟ 'ਚ ਆ ਗਈਆਂ। ਹੁਣ ਖੱਟਰ ਸਾਹਿਬ ਮਿਲ ਕੇ ਆਏ ਨੇ ਅਮਿਤ ਸ਼ਾਹ ਨੂੰ, ਗ੍ਰਹਿ ਮੰਤਰੀ ਨੂੰ। ਜਦੋਂ ਹੀ ਸੁਪਰੀਮ ਕੋਰਟ ਦਾ ਫੈਸਲਾ ਆਇਆ ਗਗਨ ਜੀ, ਮੈਂ ਦਿੱਲੀ ਹੋਈ ਸੀ, ਅਮਿਤ ਸ਼ਾਹ ਔਰ ਦੁਸ਼ਯੰਤ ਚੌਟਾਲਾ ਉੱਥੇ ਮਿਲ ਕੇ ਆਏ ਨੇ ਅਮਿਤ ਸ਼ਾਹ ਉਹਨਾਂ ਨੂੰ, ਕਿਉਂਕਿ ਬੀਜੇਪੀ ਦੀ ਆਪਣੀ ਸਰਕਾਰ 'ਤੇ ਵੀ ਉੱਥੇ ਸੰਕਟ ਹੈ ਕਿਤੇ ਨਾ ਕਿਤੇ ਹਰਿਆਣੇ ਦੇ ਵਿੱਚ। ਸੋ ਕਾਹਲੀ ਦੇ ਨਾਲ ਕੀਤੇ ਹੋਏ ਜਿਹੜੇ ਇਹ ਫੈਸਲੇ ਨੇ, ਕਿਤੇ ਨਾ ਕਿਤੇ ਉਹਨਾਂ ਕਰਕੇ ਦੁਚਿੱਤੀ ਦੀ ਸਥਿਤੀ ਬਣੀ ਹੈ। ਨਾ ਸਰਕਾਰ ਗਲਤ ਹੈ, ਨਾ ਕਿਸਾਨ ਗਲਤ ਹੈ, ਨਾ ਸੁਪਰੀਮ ਕੋਰਟ ਗਲਤ ਹੈ। ਹਾਲਾਤ ਜਿਹੜੇ ਪੈਦਾ ਹੋਏ ਨੇ, ਇਹਨਾਂ ਹਾਲਾਤਾਂ ਨੂੰ ਨਜਿੱਠਣ ਦੇ ਲਈ ਜ਼ਰੂਰੀ ਸੀ ਕਿ ਅਸੀਂ ਮਾਹੌਲ ਨੂੰ ਬਹੁਤ ਸਖਾਵਾਂ ਬਣਾਉਣ ਦੇ ਲਈ ਅਸੀਂ ਵੱਡਾ ਦਿਲ ਦਿਖਾਉਂਦੇ। ਅਸੀਂ ਭਾਵ ਸਰਕਾਰ ਵੱਡਾ ਦਿਲ ਦਿਖਾ ਦਿੰਦੀ। ਹਜੇ ਵੀ ਮੈਨੂੰ ਲੱਗਦਾ ਕਿ ਸੁਪਰੀਮ ਕੋਰਟ ਦੀ ਕਮੇਟੀ ਦੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਸਰਕਾਰ ਕਹਿ ਦੇ ਸਾਡੀ ਕਿ ਸੁਪਰੀਮ ਕੋਰਟ ਦੀ ਕਮੇਟੀ 'ਚ ਅਗਰ ਕਿਸਾਨਾਂ ਨੂੰ ਸ਼ੰਕਾ ਲੱਗ ਰਹੀ ਹੈ ਵੀ ਅਸੀਂ ਕਮੇਟੀ ਅੱਗੇ ਨਹੀਂ ਜਾਣਾ, ਤੇ ਸਰਕਾਰ ਕਹਿ ਦੇਵੇ, ਦੇਖੋ ਕਿਸਾਨ ਕਹਿ ਰਹੇ ਨੇ, ਜੋਗਿੰਦਰ ਯਾਦਵ ਉਹਨਾਂ ਦਾ ਮੈਂ ਬਿਆਨ ਸੁਣ ਰਿਹਾ ਸੀ, ਉਹ ਕਹਿੰਦੇ ਸਾਨੂੰ ਅੱਜ ਵੀ ਮੰਤਰੀ ਬੁਲਾਉਣ 'ਚ ਅਸੀਂ ਜਾਵਾਂਗੇ। ਇੰਨੀਆਂ ਡੇਟਾਂ ਮੀਟਿੰਗਾਂ ਦੀਆਂ, ਹੁਣ 15 ਤਰੀਕ ਨੂੰ ਮੀਟਿੰਗ ਹੈ, 8-8 10-10 ਦਿਨ ਬਾਅਦ ਮੀਟਿੰਗਾਂ ਕਰ ਰਹੇ ਨੇ। ਇਹ ਨਹੀਂ ਹੋਣਾ ਚਾਹੀਦਾ ਸੀ। ਸੋ ਇਸ ਕਰਕੇ ਕਿਸਾਨਾਂ ਕੋਲੇ ਕੋਈ ਰਾਹ ਨਹੀਂ ਹੈ ਆਪਣੇ ਗੁੱਸੇ ਨੂੰ ਕਿਸੇ ਰੂਪ 'ਚ ਇਜ਼ਹਾਰ ਕਰਨ ਦਾ। ਉਹ ਸੰਘਰਸ਼ ਕਰ ਰਹੇ ਨੇ। ਖੇਤੀ ਕਾਨੂੰਨਾਂ ਦੀਆਂ ਕਾਪੀਆਂ ਲੋਹੜੀ ਵਾਲੇ ਦਿਨ ਸਾੜਨ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਦਿਲੋਂ ਅਸੀਂ ਬਹੁਤ ਜ਼ਿਆਦਾ ਦੁਖੀ ਹਾਂ, ਪਰੇਸ਼ਾਨ ਹਾਂ, ਸਾਡੀ ਗੱਲ ਨੂੰ ਕੋਈ ਸਮਝ ਨਹੀਂ ਰਿਹਾ। ਸੋ ਅਸਲ 'ਚ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਉਸ ਤਰੀਕੇ ਦੇ ਨਾਲ। ਔਰ ਜਿਹੜੇ ਕਮੇਟੀ ਦੇ 4 ਮੈਂਬਰਾਂ ਦੇ ਨਾਮ ਆ ਗਏ, ਦੇਖੋ, ਕਿਉਂਕਿ ਉਹ ਪਹਿਲਾਂ ਹੀ ਲੱਗਣ ਲੱਗ ਗਿਆ ਸੀ ਕਿਸਾਨਾਂ ਨੂੰ। ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਕਹਿਤਾ ਵੀ ਅਸੀਂ ਕਿਸੇ ਕਮੇਟੀ ਅੱਗੇ ਨਹੀਂ ਜਾਵਾਂਗੇ। ਕਿਉਂ? ਕਿਉਂਕਿ ਚਾਹੀਦਾ ਇੱਥੇ ਇਹ ਸੀ, ਮੈਨੂੰ ਇਹ ਲੱਗਦਾ ਹੈ ਕਿ ਹੁਣ ਕਿਸਾਨ ਜਾਂ ਕੋਈ ਸਾਡੇ ਮੁਲਕ 'ਚ ਬੜੇ ਸਿਆਣੇ ਵਕੀਲ ਨੇ, ਕਿਸੇ ਵਕੀਲ ਨੂੰ ਹੁਣ ਪਟੀਸ਼ਨ ਪਾ ਦੇਣੀ ਚਾਹੀਦੀ ਹੈ, ਜਾਂ ਕਿਸਾਨ ਪਟੀਸ਼ਨ ਪਾ ਦੇਣ, ਸੁਪਰੀਮ ਕੋਰਟ ਅੱਗੇ ਅਪੀਲ ਕਰ ਲੈਣੀ ਚਾਹੀਦੀ, ਬੇਨਤੀ ਕਰ ਲੈਣੀ ਚਾਹੀਦੀ ਹੈ ਵੀ ਸੁਪਰੀਮ ਕੋਰਟ ਜੀ ਤੁਸੀਂ ਚੰਗੀ ਭੂਮਿਕਾ ਅਦਾ ਕਰ ਰਹੇ ਹੋ, ਪਰ ਜਿਹੜੇ ਤੁਸੀਂ ਪੈਨਲ 'ਚ ਮਾਹਰ ਲਿਆਂਦੇ ਨੇ, ਤੁਸੀਂ ਸਾਰੀਆਂ ਧਿਰਾਂ ਤੋਂ ਕੁਝ ਨਾਮ ਮੰਗ ਲਓ। ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਜਾ ਸਕਦੀ ਹੈ ਕਿ ਤੁਸੀਂ 10 ਨਾਮ ਕਿਸਾਨਾਂ ਤੋਂ ਮੰਗ ਲਓ, 10 ਸਰਕਾਰ ਤੋਂ ਮੰਗ ਲਓ, ਤੁਸੀਂ ਸੂਬਿਆਂ ਤੋਂ ਨਾਮ ਮੰਗ ਸਕਦੇ ਹੋ, ਜਾਂ ਹਰ ਸੂਬੇ ਨੂੰ ਤੁਸੀਂ ਇੱਕ ਮੈਂਬਰ ਦੇ ਤੌਰ ਤੇ ਲੈ ਸਕਦੇ ਹੋ। ਸੋ ਜਦੋਂ ਤੁਹਾਡੇ ਕੋਲੇ 50-60 ਬੰਦਿਆਂ ਦੇ ਨਾਮ ਆ ਜਾਣ, ਉਹਨਾਂ ਦੇ ਵਿੱਚੋਂ ਭਾਵੇਂ ਤੁਸੀਂ 10 ਮੈਂਬਰੀ ਕਮੇਟੀ ਬਣਾ ਦਿਓ ਜਾਂ 5 ਮੈਂਬਰੀ ਕਮੇਟੀ ਬਣਾ ਦਿਓ, ਪਰ
ਜਿਸ ਤਰੀਕੇ ਦੇ ਨਾਲ ਕਮੇਟੀ ਦੇ ਮੈਂਬਰਾਂ ਦੇ ਨਾਮ ਆ ਗਏ ਤੇ ਕਮੇਟੀ ਦੇ ਮੈਂਬਰਾਂ ਦਾ ਇਤਿਹਾਸ ਟੈਲੀਵਿਜ਼ਨਾਂ ਨੇ, ਅਖਬਾਰਾਂ ਨੇ ਮੈਂ ਪੜ੍ਹ ਰਿਹਾ ਸੀ, ਕੱਲੇ ਐਕਸਪਰਟ ਦਾ ਜਿਹੜਾ ਖੇਤੀਬਾੜੀ ਨਾਲ ਜੁੜਿਆ ਇਤਿਹਾਸ ਹੈ ਉਹ ਟੈਲੀਵਿਜ਼ਨ ਤੇ ਦਿਖ ਗਿਆ। ਰਾਤਾਂ ਨੂੰ ਲੋਕਾਂ ਨੇ ਦੇਖ ਲਿਆ, ਪੂਰੇ ਮੁਲਕ ਦੇ ਅਖਬਾਰਾਂ 'ਚ ਲੋਕ ਪੜ੍ਹੀ ਜਾਂਦੇ ਨੇ ਕਿ ਉਹ ਸਾਰੇ ਲੋਕ ਜਿਹੜੇ ਹੁਣ ਐਕਸਪਰਟ ਨੇ, ਦੇਖੋ ਜਿਹੜੇ ਮਾਹਰ ਨੇ ਉਹਨਾਂ ਨੂੰ ਪੂਰੀ ਆਜ਼ਾਦੀ ਹੈ ਗਗਨ ਆਪਣੀ ਰਾਏ ਪ੍ਰਗਟ ਕਰਨ ਦੀ। ਜਿਹੜੇ ਮਾਹਰ ਨੇ ਉਹ ਇਸੇ ਕਰਕੇ ਐਕਸਪਰਟ ਨੇ ਨਾ, ਕਿਉਂਕਿ ਉਹਨਾਂ ਕੋਲ ਜਾਣਕਾਰੀ ਹੈ, ਗਿਆਨ ਹੈ, ਉਹਨਾਂ ਨੇ ਤਾਂ ਆਪਣੀ ਰਾਏ ਦਿੱਤੀ ਹੋਈ ਹੈ ਪਹਿਲਾਂ ਹੀ। ਸੋ ਜਾਂ ਤਾਂ ਸੁਪਰੀਮ ਕੋਰਟ ਨੂੰ ਇਹ ਚਾਹੀਦਾ ਕਿ ਸੁਪਰੀਮ ਕੋਰਟ ਨੂੰ ਅਸੀਂ ਬੇਨਤੀ ਕਰੀਏ ਕਿ ਜਿਹੜੇ ਇਹ 4 ਲੋਕ ਨੇ ਇਹ ਸਾਰੇ ਤਾਂ ਆਪਣੀ ਰਾਏ ਪਹਿਲਾਂ ਹੀ ਦੇ ਚੁੱਕੇ ਨੇ। ਸੋ ਇਸ ਕਰਕੇ ਜਦੋਂ ਕਿਸਾਨ ਇਹਨਾਂ ਨੂੰ ਰਾਏ ਦੇਣ ਜਾਣਗੇ ਤਾਂ ਫਿਰ ਕਿਸਾਨਾਂ ਦੇ ਮਨ 'ਚ ਸ਼ੰਕਾ ਰਹੂਗੀ। ਹੁਣ ਤੁਸੀਂ ਦੇਖੋ ਆਪਣੇ ਇਮਤਿਹਾਨਾਂ 'ਚ ਜਦੋਂ ਮੇਰਾ ਟਾਈਮ ਸੀ 11ਵੀਂ 12ਵੀਂ 'ਚ ਜਦੋਂ ਸਾਡੇ ਪ੍ਰੈਕਟੀਕਲ ਦੇ ਇਮਤਿਹਾਨ ਹੁੰਦੇ ਸੀ ਗਗਨ, ਸਾਡਾ ਵਾਈਵਾ ਹੁੰਦਾ ਇੱਕ ਨਾ, ਸਾਡਾ ਪ੍ਰੈਕਟੀਕਲ ਦਾ ਇਮਤਿਹਾਨ ਲੈਣ ਉਹ ਕੋਈ ਬਾਹਰੋਂ ਆਉਂਦਾ ਹੁੰਦਾ ਸੀ, ਕੋਈ ਪ੍ਰੋਫੈਸਰ ਜਾਂ ਲੈਕਚਰਰ, ਕਿਉਂਕਿ ਸਾਡੇ ਕਾਲਜ ਵਾਲੇ ਪ੍ਰੋਫੈਸਰ ਲੈਕਚਰਰਾਂ ਨੂੰ ਤਾਂ ਸਾਡਾ ਪਤਾ ਹੀ ਹੁੰਦਾ ਸੀ ਕਿ ਡੱਲੇ ਹੋਣੀ ਕਲਾਸ 'ਚ ਕਿੰਨਾ ਟਾਈਮ ਰਹਿੰਦੇ ਨੇ, ਗਰਾਊਂਡ 'ਚ ਕਿੰਨਾ ਟਾਈਮ ਰਹਿੰਦੇ ਨੇ, ਖੇਡਦੇ ਕਿੰਨਾ ਟਾਈਮ ਨੇ, ਪੜ੍ਹਦੇ ਕਿੰਨਾ ਟਾਈਮ ਨੇ, ਹਾਂਜੀ ਪਤਾ ਹੁੰਦਾ। ਸੋ ਇਸ ਕਰਕੇ ਇਹ ਜਿਹੜੇ ਖੇਤੀਬਾੜੀ ਦੇ ਐਕਸਪਰਟ ਸੁਪਰੀਮ ਕੋਰਟ ਨੇ ਨਾਮ ਐਲਾਨੇ ਨੇ, ਇਹਨਾਂ ਬਾਰੇ ਕਿਸਾਨ ਆਗੂਆਂ ਨੂੰ, ਕਿਸਾਨਾਂ ਨੂੰ ਬਹੁਤਾ ਕੁਝ ਪਤਾ ਹੈ ਵੀ ਉਹਨਾਂ ਦੀ ਖੇਤੀਬਾੜੀ ਪ੍ਰਤੀ ਅਪਰੋਚ ਕੀ ਹੈ, ਸੋਚ ਕੀ ਹੈ ਜੀ। ਸੋ ਅਗਰ ਨਾਮ ਲੈ ਲਏ ਜਾਂਦੇ ਸੁਪਰੀਮ ਕੋਰਟ ਵੱਲੋਂ ਤੇ ਸੁਪਰੀਮ ਕੋਰਟ ਨੂੰ ਨਾਮ ਖੇਤੀਬਾੜੀ ਵਾਲੇ ਨੇ ਭੇਜ ਦੇਣੇ ਸੀ, ਸਰਕਾਰ ਨੇ ਭੇਜ ਦੇਣੇ ਸੀ। ਜੇ ਕਿਸਾਨ 10 ਬੰਦਿਆਂ ਦੇ ਨਾਮ ਦਿੰਦੇ ਇਹਦਾ ਮਤਲਬ ਹੈ ਕਿਸਾਨ ਉਹਨਾਂ 'ਤੇ ਭਰੋਸਾ ਕਰਦੇ, ਤੇ ਜੇ ਸਰਕਾਰ 10 ਬੰਦਿਆਂ ਦਾ ਨਾਮ ਦਿੰਦੀ ਇਹਦਾ ਮਤਲਬ ਹੈ ਸਰਕਾਰ ਵੀ ਉਹਨਾਂ 10 ਬੰਦਿਆਂ 'ਤੇ ਭਰੋਸਾ ਕਰਦੀ ਹੈ। ਤੇ ਸੁਪਰੀਮ ਕੋਰਟ ਸੂਬਿਆਂ ਨੂੰ ਅਗਰ ਛੱਡ ਵੀ ਦਿੰਦੀ, ਸਰਕਾਰ, ਕੇਂਦਰ ਸਰਕਾਰ ਔਰ ਕਿਸਾਨਾਂ ਦੇ 10-10 ਬੰਦਿਆਂ ਦੇ ਨਾਮ ਲੈ ਲਏ ਦੋਨਾਂ ਧਿਰਾਂ ਤੋਂ, ਤੇ ਉਹ ਸਰਬਸੰਮਤੀ ਵਾਲੇ ਨਾਮ ਹੈ, ਭਾਵੇਂ ਫਿਰ ਉਹਨਾਂ 'ਚੋਂ 4-5 ਨਾਮ ਸੁਪਰੀਮ ਕੋਰਟ ਐਲਾਨ ਕਰਦੇ। ਸੋ ਮੈਨੂੰ ਲੱਗਦਾ ਇਹ ਬੇਨਤੀ ਸੁਪਰੀਮ ਕੋਰਟ ਨੂੰ ਕੀਤੀ ਜਾਣੀ ਚਾਹੀਦੀ ਹੈ ਕਿ ਕਮੇਟੀ ਦੇ ਮੈਂਬਰਾਂ ਦੇ ਉੱਤੇ ਸੁਪਰੀਮ ਕੋਰਟ ਨਵੇਂ ਸਿਰੇ ਤੋਂ ਵਿਚਾਰ ਕਰੇ। ਸੁਪਰੀਮ ਕੋਰਟ ਦੀ ਪਹਿਲ ਬੜੀ ਚੰਗੀ ਹੈ। ਸਾਡੇ ਮੁੱਖ ਜੱਜ ਨੇ ਜਿਹੜੇ ਸ਼ਰਦ ਆਨੰਦ ਬੋਬੜੇ, ਹਾਂਜੀ, ਸੋ ਉਹਨਾਂ ਦਾ ਨਾਮ ਵੀ ਪੂਰਾ ਪਤਾ ਹੋਣਾ ਚਾਹੀਦਾ। ਬੜੇ ਕਾਬਲ ਜੱਜ ਨਿਕਲੇ, ਜੇ ਮੈਂ ਪੰਜਾਬੀ 'ਚ ਕਹਾਂ ਬੜੇ ਘੈਂਟ ਜੱਜ ਨਿਕਲੇ। ਬਹੁਤ ਦਲੇਰੀ ਦੇ ਨਾਲ, ਹਿੰਮਤ ਦੇ ਨਾਲ ਉਹਨਾਂ ਨੇ ਇਹ ਸਾਰੀਆਂ ਗੱਲਾਂ ਨੂੰ ਅੱਗੇ ਲਿਆਂਦੀਆਂ ਨੇ। ਦੇਖੋ ਸੁਪਰੀਮ ਕੋਰਟ ਲਈ ਵੀ ਸਮਝਣਾ ਬੜਾ ਜ਼ਰੂਰੀ ਹੈ, ਕਿਉਂਕਿ ਸੁਪਰੀਮ ਕੋਰਟ ਤਾਂ ਹੀ ਇਸ ਫੈਸਲੇ 'ਤੇ ਪਹੁੰਚੂਗੀ ਨਾ ਕਿ ਇਹਨਾਂ ਕਾਨੂੰਨਾਂ ਦੇ ਬਣਨ 'ਚ ਕੋਈ ਅਨਕਨਸਟੀਟਿਊਸ਼ਨਲ ਗੱਲ ਹੋਈ ਹੈ, ਗੈਰ ਸੰਵਿਧਾਨਕ ਗੱਲ ਹੋਈ ਹੈ, ਕੀ ਕਾਨੂੰਨਾਂ ਦੇ ਪਾਸ ਹੋਣ ਦੀ ਪ੍ਰਕਿਰਿਆ ਸੰਵਿਧਾਨਕ ਸੀ ਜਾਂ ਗੈਰ ਸੰਵਿਧਾਨਕ ਸੀ। ਸੁਪਰੀਮ ਕੋਰਟ ਨੂੰ ਕਿਵੇਂ ਪਤਾ ਲੱਗੂਗਾ ਕਿ ਇਹ ਖੇਤੀ ਕਾਨੂੰਨ ਕਿਵੇਂ ਫਾਇਦਾ ਕਰਨਗੇ, ਕਿਵੇਂ ਨੁਕਸਾਨ ਕਰਨਗੇ। ਸੋ ਸੁਪਰੀਮ ਕੋਰਟ ਨੇ ਕਮੇਟੀ ਭਾਵੇਂ ਆਪਣੇ ਲਈ ਬਣਾਈ ਹੈ, ਪਰ ਕਿਸਾਨ ਇਹ ਚਾਹੁੰਦੇ ਨੇ ਕਿ ਸੁਪਰੀਮ ਕੋਰਟ ਕੋਲੇ ਵੀ ਉਹ ਗੱਲ ਜਾਵੇ ਜਿਹੜੀ ਹਕੀਕਤ ਹੈ। ਸੋ ਕਿਸਾਨਾਂ ਨੂੰ ਇਹ ਲੱਗਦਾ ਕਿ ਇਹ ਜਿਹੜੇ 4 ਲੋਕ ਨੇ ਕਮੇਟੀ ਦੇ ਮੈਂਬਰ, ਹਾਲਾਂਕਿ ਬੜੇ ਕਾਬਲ ਨੇ, ਇਹ ਪਹਿਲਾਂ ਹੀ ਆਪਣੀ ਸੋਚ ਤੇ ਅਪਰੋਚ ਜ਼ਾਹਰ ਕਰ ਚੁੱਕੇ ਨੇ। ਸੋ ਕਿਸਾਨਾਂ ਨੂੰ ਇਹ ਲੱਗਦਾ ਹੈ ਕਿ ਇਹਨਾਂ ਨੇ ਤਾਂ ਉਹੀ ਗੱਲ ਸੁਪਰੀਮ ਕੋਰਟ ਨੂੰ ਕਹਿ ਦੇਣੀ ਤੇ ਸੁਪਰੀਮ ਕੋਰਟ ਦੀ ਧਾਰਨਾ ਉਹੀ ਬਣ ਜਾਣੀ ਹੈ ਜੀ। ਇਸ ਕਰਕੇ ਕਿਸਾਨ ਆਗੂ ਜਿਹੜੇ ਨੇ, ਮੈਨੂੰ ਲੱਗਦਾ ਉਹ ਸੁਪਰੀਮ ਕੋਰਟ 'ਚ ਇਸ ਕਮੇਟੀ ਅੱਗੇ ਨਹੀਂ ਜਾਣਾ ਚਾਹੁੰਦੇ। ਸੋ ਹੁਣ ਜ਼ਰੂਰੀ ਕੀ ਹੈ, ਅਗਰ ਪਟੀਸ਼ਨ ਸੁਪਰੀਮ ਕੋਰਟ ਕੋਲੇ ਆ ਜਾਏ, ਭਾਵੇਂ ਕਿਸਾਨ ਆਗੂ ਸਾਡੇ ਲੈ ਜਾਣ ਜਾਂ ਕੋਈ ਸੀਨੀਅਰ ਵਕੀਲ ਸਾਡੇ ਲੈ ਜਾਣ, ਅਗਰ ਸੁਪਰੀਮ ਕੋਰਟ ਉਸ ਪਟੀਸ਼ਨ ਨੂੰ ਮੰਨ ਲੈਂਦੀ ਹੈ ਤੇ ਕਮੇਟੀ ਲਈ ਮੈਂਬਰ ਮੰਗ ਲੈਂਦੀ ਹੈ ਕਿਸਾਨਾਂ ਤੋਂ ਵੀ ਔਰ ਸਰਕਾਰ ਤੋਂ ਵੀ, ਤੇ ਨਵੀਂ ਕਮੇਟੀ ਆ ਜਾਂਦੀ ਹੈ, ਫਿਰ ਮੈਨੂੰ ਲੱਗਦਾ ਕਿਸਾਨ ਵੀ ਚਲੇ ਜਾਣਗੇ। ਪਰ ਇੱਕ ਗੱਲ ਹੋਰ ਹੈ, ਇਹ ਡੈਮੋਕ੍ਰੇਸੀ ਹੈ, ਸੰਵਿਧਾਨਕ ਹੱਕ ਹੈ ਕਿਸਾਨਾਂ ਕੋਲੇ ਕਿ ਉਹ ਆਪਣੀ ਮੰਗ ਸਰਕਾਰ ਕੋਲੋਂ ਕਰ ਸਕਦੇ ਨੇ, ਉਹ ਆਪਣੀ ਮੰਗ ਸਰਕਾਰ ਕੋਲੋਂ ਕਰ ਸਕਦੇ ਨੇ। ਇਸ ਕਰਕੇ ਕਿਸਾਨਾਂ ਨੇ ਅੰਦੋਲਨ ਜਾਰੀ ਰੱਖਿਆ। ਚਾਹੁੰਦਾ ਮੈਂ ਵੀ ਹਾਂ ਕਿ ਕਿਸਾਨ ਜਲਦ ਤੋਂ ਜਲਦ ਉੱਠਣ, ਅੰਦੋਲਨ ਨੂੰ ਖਤਮ ਕਰਨ। ਮੈਂ ਉੱਥੇ ਮਿਲਿਆ ਬਹੁਤ ਸਾਰੇ ਬਜ਼ੁਰਗਾਂ ਨੂੰ, ਮੈਂ ਕਿਹਾ ਬਾਪੂ ਜੀ ਤੁਸੀਂ ਘਰੇ ਕਿਉਂ ਨਹੀਂ ਜਾਂਦੇ, ਹਾਂਜੀ, ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਸੀ। ਕਹਿੰਦੇ ਕਾਕਾ ਜਿੰਨੀ ਤੇਰੀ ਉਮਰ ਹੈ ਉਹ ਤੋਂ ਵੱਧ ਸਾਲ ਸਾਨੂੰ ਖੇਤੀ ਕਰਦੇ ਨੂੰ ਹੋ ਗਏ, ਸਾਨੂੰ ਪਤਾ ਹੈ। ਹੁਣ ਤੁਸੀਂ ਉਹਨਾਂ ਨੂੰ ਕਿਵੇਂ ਸਮਝਾਓਗੇ? HS ਫੁਲਕਾ ਵੀ ਕਿਵੇਂ ਸਮਝਾਊਗਾ ਕਿਸਾਨਾਂ ਨੂੰ ਵੀ ਘਰੇ ਜਾਓ ਬਜ਼ੁਰਗਾਂ ਨੂੰ, 80-80 ਸਾਲ ਦੇ ਬਜ਼ੁਰਗਾਂ ਨੂੰ? ਹੁਣ ਉਹਦੇ ਪਿੱਛੇ ਕਾਰਨ ਵੀ 2 ਨੇ। ਸਾਡੇ ਬਹੁਤ ਸਾਰੇ ਬਜ਼ੁਰਗ ਨੇ ਹੱਥੀਂ ਖੇਤੀ ਜਾਣਦੇ ਨੇ, ਉਹਨਾਂ ਕੋਲ ਹੱਥੀਂ ਹੁਨਰ ਹੈ, ਉਹਨਾਂ ਨੂੰ ਟੈਕਨੀਕੈਲਿਟੀਜ਼ ਨਹੀਂ ਪਤਾ, ਤਕਨੀਕੀ ਚੀਜ਼ਾਂ ਨਹੀਂ ਪਤਾ, ਹਾਂਜੀ। ਮੋਬਾਈਲਾਂ ਦਾ ਸਾਡੇ ਨਾਲੋਂ ਵੱਧ ਅੱਜ ਕੱਲ੍ਹ ਛੋਟੇ ਬੱਚਿਆਂ ਨੂੰ ਪਤਾ ਹੈ, ਤਕਨੀਕ ਹੈ। ਸਕੂਲ ਦੇ ਬੱਚਿਆਂ ਨੂੰ ਤਾਂ ਕੋਡਿੰਗ ਪੜ੍ਹਾਉਣ ਲੱਗ ਗਏ ਅੱਜ ਕੱਲ੍ਹ, ਜਿਹੜਾ ਇੱਕ ਬੜਾ ਟੈਕਨੀਕਲ ਟਰਮ ਹੈ ਕੋਡਿੰਗ। ਆ ਕਿੰਨੇ ਇਸ਼ਤਿਹਾਰ ਅੱਜ ਕੱਲ੍ਹ ਆਉਂਦੇ ਨੇ, ਹਾਂਜੀ। ਸੋ ਇਸ ਕਰਕੇ ਜੇ ਅਸੀਂ ਇਹ ਸਮਝ ਲਈਏ ਕਿ ਸਾਡੇ 80-80 ਸਾਲ ਦੇ ਜਿਹੜੇ ਬਜ਼ੁਰਗ ਮਾਤਾਵਾਂ ਨੇ, ਬੀਬੀਆਂ ਨੇ, ਉਹ ਤਕਨੀਕੀ ਗੱਲਾਂ ਨੂੰ ਸਮਝ ਲੈਣਗੇ, ਸ਼ਾਇਦ ਨਾ ਸਮਝ ਸਕਣ। ਹੁਣ
ਸਾਨੂੰ ਸਮਝਣੀ ਪੈਣੀ ਉਹਨਾਂ ਦੀ ਮਾਨਸਿਕਤਾ ਨੂੰ, ਕਿਉਂਕਿ ਉਹ ਸਾਰੀਆਂ ਚੀਜ਼ਾਂ ਨੂੰ ਸਮਝਦੇ ਨੇ ਕਿ ਖੇਤੀ ਨੂੰ ਅਮਲੀ ਜਾਮਾ ਉਹਨਾਂ ਨੇ ਕਿਵੇਂ ਪਹਿਨਾਇਆ ਜ਼ਿੰਦਗੀ ਭਰ। ਹੁਣ ਜਿਨ੍ਹਾਂ ਲੋਕਾਂ ਨੇ ਹਰੀ ਕ੍ਰਾਂਤੀ ਲਿਆਂਦੀ ਗਗਨ 60 ਦੇ ਦਹਾਕੇ 'ਚ 65 ਦੇ ਦਹਾਕੇ 'ਚ, ਉਹਨਾਂ 'ਚ ਹੁਣ ਕਿੰਨੇ ਇਸ ਅੰਦੋਲਨ 'ਚ ਬੈਠੇ ਨੇ ਜਿਹੜੇ ਹੁਣ ਬਾਬੇ ਬਣੇ ਹੋਏ ਨੇ ਸਾਡੇ 85 80 80 90 ਸਾਲ ਦੇ। ਹਾਂਜੀ, ਬਾਬੇ ਅਸਲ 'ਚ ਹੁੰਦੇ ਕੌਣ ਨੇ? ਜਾਂ ਤਾਂ ਗਦਰੀ ਬਾਬੇ ਹੁੰਦੇ ਸੀ ਸਾਡੇ ਪਿੰਡਾਂ 'ਚ, ਹਾਂਜੀ, ਹੁਣ ਵੀ ਕਹਿੰਦੇ ਆ ਨਾ ਵੀ ਇਹ ਬਾਬਿਆਂ ਦਾ ਟੱਬਰ ਹੈ। ਆਪਣੇ ਆਮ ਪੰਜਾਬੀ 'ਚ ਕਹਿ ਦਿੰਦੇ ਨੇ ਹਾਂਜੀ ਬਾਬੇ ਕੀ ਹਾਲ ਹੈ। ਉਹਦਾ ਮਤਲਬ ਕੀ ਹੈ? ਬਾਬੇ ਦੇਸ਼ ਭਗਤ ਹੁੰਦੇ ਨੇ। ਹੁਣ ਉਹ ਜਿਹੜੇ ਉੱਥੇ 90 85 ਸਾਲ ਦੇ ਬੈਠੇ ਨੇ ਬਜ਼ੁਰਗ, ਉਹ ਲੋਕ ਨੇ ਬਾਬੇ ਸਾਡੇ, ਜਿਨ੍ਹਾਂ ਬਾਬਿਆਂ ਨੇ ਹਰੀ ਕ੍ਰਾਂਤੀ ਲਿਆਂਦੀ ਹੈ। ਉਹਨਾਂ ਨੂੰ ਕਿਵੇਂ ਕੋਈ ਕਹਿ ਦੂਗਾ ਧੱਕੇ ਨਾਲ ਵੀ ਬਾਬਾ ਜੀ ਘਰ ਚਲੇ ਜਾਓ, ਵੀ ਤੁਹਾਨੂੰ ਖੇਤੀ ਕਾਨੂੰਨਾਂ ਦਾ ਨਹੀਂ ਪਤਾ? ਭਾਵੇਂ ਉਹਨਾਂ ਨੂੰ ਖੇਤੀ ਕਾਨੂੰਨਾਂ ਦਾ ਨਾ ਪਤਾ ਹੋਵੇ, ਪਰ ਉਹਨਾਂ ਨੂੰ ਖੇਤੀ ਦਾ ਤਾਂ ਪਤਾ ਨਾ ਜੀ। ਇਸ ਕਰਕੇ ਜਿਹੜੇ ਉਹ ਬਾਬੇ ਨੇ ਉਹ ਦੇਸ਼ ਭਗਤ ਨੇ, ਗਦਰੀ ਨੇ, ਆਜ਼ਾਦੀ ਦੀ ਲੜਾਈ 'ਚ ਹਿੱਸਾ ਲੈਣ ਵਾਲੇ ਪਰਿਵਾਰਾਂ ਨਾਲ ਜੁੜੇ ਹੋਏ ਨੇ। ਸੋ ਇਹ ਬੜਾ ਔਖਾ ਹੈ ਕਿਸੇ ਦੇ ਲਈ ਵੀ। ਇਸੇ ਕਰਕੇ ਐਚ ਐਸ ਫੂਲਕਾ ਹੋਣੀ ਵੀ ਕਹਿੰਦੇ ਨੇ। ਹੁਣ ਐਚ ਐਸ ਫੂਲਕਾ ਹੋਣਾ ਦੀ ਉਮਰ ਤਾਂ ਮੈਨੂੰ ਆਪ 60 ਦੇ ਲਾਗੇ ਲੱਗਦੀ ਹੈ। ਐਚ ਐਸ ਫੂਲਕਾ ਬੜੇ ਸੀਨੀਅਰ ਵਕੀਲ ਨੇ, ਪਰ ਉਹ ਵੀ 85 ਸਾਲ ਦੇ ਬਜ਼ੁਰਗ ਨੂੰ ਕਿਵੇਂ ਕਹਿਣਗੇ ਕਿ ਤੁਸੀਂ ਇਸ ਅੰਦੋਲਨ ਨੂੰ ਛੱਡ ਕੇ ਚਲੇ ਜਾਓ? ਕਿਉਂਕਿ ਜ਼ਮੀਨ ਉਹਨਾਂ ਨੇ ਵਾਹੀ, ਉਹਨਾਂ ਨੇ ਤਿਆਰ ਕੀਤੀ, ਹਰੀ ਕ੍ਰਾਂਤੀ ਉਹਨਾਂ ਨੇ ਲਿਆਂਦੀ, ਉਹੀ ਤਾਂ ਇਨਸਾਫ ਮੰਗਣ ਗਏ ਨੇ। ਅੱਜ ਕੱਲ੍ਹ ਦੀ ਜਨਰੇਸ਼ਨ ਤਾਂ ਹੁਣ ਸਮਝ ਰਹੀ ਹੈ ਖੇਤੀਬਾੜੀ ਨੂੰ, ਜ਼ਮੀਨ ਨੂੰ, ਤੇ ਆਪਣੇ ਬਜ਼ੁਰਗਾਂ ਦੀ ਅਹਿਮੀਅਤ ਨੂੰ। ਸੋ ਇਹ ਬੜੀ ਪਚੀਦਗੀ ਨਾਲ ਸਮਝਣ ਵਾਲੀਆਂ ਗੱਲਾਂ ਨੇ। ਇਹਦੇ ਵਿੱਚ ਇੱਕ ਪਾਸੇ ਤਾਂ ਤਕਨੀਕੀ ਪੱਖ ਹੈ, ਜਿੱਥੇ ਸੁਪਰੀਮ ਕੋਰਟ ਸਾਰੀਆਂ ਗੱਲਾਂ ਨੂੰ ਤੈਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇੱਕ ਪਾਸੇ ਇਮੋਸ਼ਨਲ ਪੱਖ ਹੈ, ਭਾਵਨਾਤਮਕ ਪੱਖ ਹੈ। ਹੋਰ ਜਿਹੜੇ ਲੋਕ ਉੱਥੇ ਅੰਦੋਲਨ 'ਚ ਬੈਠੇ ਨੇ, ਭਾਵੇਂ ਬੀਬੀਆਂ ਨੇ, ਭਾਵੇਂ ਬੱਚੇ ਨੇ, ਭਾਵੇਂ ਬਜ਼ੁਰਗ ਨੇ, ਉਹ ਭਾਵਨਾਤਮਕ ਰੂਪ 'ਚ ਜੁੜੇ ਨੇ, ਖੇਤ ਨਾਲ ਜੁੜੇ ਨੇ, ਕਹੀ ਨਾਲ ਜੁੜੇ ਨੇ, ਹਾਂਜੀ, ਮੋਟਰ ਨਾਲ ਜੁੜੇ ਨੇ, ਇਸੇ ਤਰ੍ਹਾਂ ਉਸ ਜ਼ਮੀਨ ਤੇ ਧਰਨੇ ਨਾਲ ਜੁੜੇ ਨੇ। ਸੋ ਇਹ ਕਈ ਪੱਖ ਨੇ ਜਿਹੜੇ ਗਗਨ ਇਹ ਸੋਚ ਵਿਚਾਰਨ ਵਾਲੇ ਨੇ, ਜਿਸ ਤੋਂ ਬਾਅਦ ਇਸ ਪੂਰੇ ਅੰਦੋਲਨ ਨੂੰ ਅਸੀਂ ਇਸ ਸੰਦਰਭ 'ਚ ਦੇਖਾਂਗੇ ਕਿ ਇਹ ਕਦੋਂ ਮੁੱਕੂਗਾ। ਔਰ ਮੈਨੂੰ ਇਹ ਅੰਦੋਲਨ ਹਲੇ ਵੀ ਖਤਮ ਹੁੰਦਾ ਨਹੀਂ ਦਿਖਦਾ। ਹਲੇ ਵੀ ਕਿਉਂ? ਕਿਉਂਕਿ ਕਮੇਟੀ ਨੇ ਕੰਮ ਸ਼ੁਰੂ ਕਰਨਾ। ਕਮੇਟੀ ਨੇ ਚਲੋ ਤਿਆਰੀ ਸ਼ੁਰੂ ਕਰਤੀ, ਚਾਰੇ ਜਣੇ ਨੇ ਆਪਣੇ ਪੱਧਰ ਤੇ ਤਿਆਰੀ ਸ਼ੁਰੂ ਕਰਤੀ। 10 ਕੁ ਦਿਨ 'ਚ ਕਮੇਟੀ ਕੰਮ ਸ਼ੁਰੂ ਕਰੂਗੀ, 2 ਮਹੀਨੇ 'ਚ ਕਮੇਟੀ ਰਿਪੋਰਟ ਦੇਊਗੀ। ਮਤਲਬ ਅਸੀਂ ਲੋਹੜੀ ਵਾਲਾ ਦਿਨ ਕੱਢ ਲਿਆ ਕੱਲ੍ਹ ਦਾ ਰਾਤ, ਅੱਜ ਮਾਘੀ ਆ ਗਏ ਜੀ, ਅੱਜ 14 ਫਰਵਰੀ ਤੋਂ 2 ਮਹੀਨੇ ਜੋੜ ਲਓ, ਘੱਟੋ ਘੱਟ 60 ਦਿਨ ਤਾਂ ਜੋੜ ਹੀ ਲਈਏ ਨਾ ਜੀ। 60 ਦਿਨ ਮਤਲਬ ਕਿ ਅੱਜ 14 ਜਨਵਰੀ ਤੋਂ ਫਰਵਰੀ ਤੇ 14 ਮਾਰਚ, ਮਤਲਬ 15 ਕੁ ਮਾਰਚ ਦੇ ਲਾਗੇ ਛਾਗੇ ਤੱਕ ਕਮੇਟੀ ਰਿਪੋਰਟ ਦੇਊਗੀ। ਤੇ ਕਮੇਟੀ ਰਿਪੋਰਟ ਦੇਊਗੀ ਤੇ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਨੂੰ ਕਮੇਟੀ ਆਪਣੀ ਰਿਪੋਰਟ ਦੇਊਗੀ। ਉਸ ਤੋਂ ਬਾਅਦ ਸੁਪਰੀਮ ਕੋਰਟ ਨੂੰ ਵੀ ਟਾਈਮ ਲੱਗੂਗਾ ਨਾ। ਹੁਣ ਜਿਹੜੀ ਰਿਪੋਰਟ ਦੇਣੀ ਹੈ ਸੁਪਰੀਮ ਕੋਰਟ ਨੂੰ ਕਮੇਟੀ ਨੇ 2 ਮਹੀਨਿਆਂ ਬਾਅਦ, ਉਹ ਸੁਪਰੀਮ ਕੋਰਟ ਵੀ ਇੱਕ ਦਿਨ 'ਚ ਤਾਂ ਸਮਝ ਨਹੀਂ ਪਾਊਗੀ ਗਗਨ। ਉਸ ਰਿਪੋਰਟ ਨੂੰ ਸਮਝਣ ਨੂੰ ਵੀ ਸੁਪਰੀਮ ਕੋਰਟ ਨੂੰ ਥੋੜ੍ਹਾ ਵਕਤ ਚਾਹੀਦਾ ਹੋਊਗਾ। ਜੱਜ ਪੜ੍ਹਨਗੇ ਕੱਲਾ ਵਰਕਾ, ਕੀ ਪਤਾ ਉਹ 50 ਪੇਜਾਂ ਦੀ ਰਿਪੋਰਟ ਹੋਵੇ, 100 ਪੇਜਾਂ ਦੀ ਹੋਵੇ, 200 ਪੇਜਾਂ ਦੀ ਹੋਵੇ, ਕਿੰਨੇ ਉਹ 'ਚ ਰੈਫਰੈਂਸ ਹੋਣਗੇ, ਕਿੰਨੇ ਕਿਸਾਨਾਂ ਨਾਲ ਕਮੇਟੀ ਗੱਲਬਾਤ ਕਰੂਗੀ, ਕਮੇਟੀ ਜ਼ਮੀਨ 'ਤੇ ਕਿਹੜੀਆਂ ਪ੍ਰਕਿਰਿਆਵਾਂ ਅਪਣਾਊਗੀ। ਫਿਰ ਫੰਡ ਮਨਜ਼ੂਰ ਹੋਣੇ ਨੇ ਕੇਂਦਰ ਸਰਕਾਰ ਤੋਂ, ਗੱਡੀਆਂ ਮਿਲਣਗੀਆਂ ਕਮੇਟੀ ਦੇ ਮੈਂਬਰਾਂ ਨੂੰ, ਫੰਡ ਮਿਲਣਗੇ। ਫਿਰ ਕਮੇਟੀ ਕਿਸ ਰੂਪ 'ਚ ਕੰਮ ਕਰੂਗੀ ਇਹ ਵੀ ਸਾਨੂੰ ਨਹੀਂ ਪਤਾ ਹਜੇ। ਕੀ ਕਮੇਟੀ ਦੇ ਜਿਹੜੇ ਚਾਰੇ ਮੈਂਬਰ ਨੇ ਉਹ ਸਾਰੇ ਸੂਬਿਆਂ 'ਚ ਆਪ ਜਾਣਗੇ? ਕਮੇਟੀ ਦੇ ਜਿਹੜੇ 4 ਮੈਂਬਰ ਨੇ ਕੀ ਉਹ ਖੇਤਾਂ 'ਚ ਜਾਣਗੇ? ਕੀ ਉਹ ਆਪਣੇ ਪੱਧਰ 'ਤੇ ਕਿਸਾਨਾਂ ਦੇ ਵਿੱਚ ਜਾਣਗੇ? ਹੁਣ 29 ਸੂਬੇ ਨੇ ਸਾਡੇ ਮੁਲਕ ਦੇ। ਸੋ ਜੇ ਕਮੇਟੀ ਦੇ ਮੈਂਬਰ ਨੇ ਦਿੱਲੀੋਂ ਮੁੰਬਈ ਜਾਣਾ ਹੈ, ਮਹਾਰਾਸ਼ਟਰ ਜਾਣਾ ਹੈ, ਸੋ ਇੱਕ ਸੂਬੇ 'ਚ ਹੀ 1-1 2-2 3-3 ਦਿਨ ਤਾਂ ਲੱਗਣਗੇ ਨਾ। ਸੋ ਇਹ 2 ਮਹੀਨਿਆਂ ਦੇ ਵਿੱਚ ਕਮੇਟੀ ਨੇ ਬਹੁਤ ਕੰਮ ਕਰਨਾ ਹੈ। ਤੇ ਕਮੇਟੀ ਜਿਹੜਾ ਕੰਮ ਕਰੂ ਉਹਨੂੰ ਲਿਖਤੀ ਰੂਪ 'ਚ ਵੀ ਲੈ ਕੇ ਆਉਣਾ। ਹੁਣ 4 ਮੈਂਬਰ ਨੇ, ਅਗਰ ਉਹ ਡਿਕਟੇਸ਼ਨ ਦੇਣਗੇ ਰਿਪੋਰਟ ਲਿਖਣ ਲਈ, ਪਹਿਲਾਂ ਆਪਸ 'ਚ ਵੀ ਸਲਾਹ ਕਰਨਗੇ। ਸੋ ਇਹ ਬੜੀਆਂ ਪਚੀਦਗੀ ਵਾਲੀਆਂ ਗੱਲਾਂ ਨੇ। ਸੋ ਇਸ ਕਰਕੇ ਕਮੇਟੀ 2 ਮਹੀਨਿਆਂ 'ਚ ਰਿਪੋਰਟ ਦੇਊਗੀ, ਉਸ ਤੋਂ ਬਾਅਦ ਸੁਪਰੀਮ ਕੋਰਟ ਨੂੰ ਵੀ ਵਕਤ ਲੱਗੂ। ਸੋ ਇਹ ਦਿਨਾਂ 'ਚ ਨਿਬੜਨ ਵਾਲਾ ਕੰਮ ਨਹੀਂ। ਜਦੋਂ ਸੁਪਰੀਮ ਕੋਰਟ 'ਚ ਕਾਰਵਾਈ ਦਿਨਾਂ 'ਚ ਨਹੀਂ ਨਿਬੜ ਸਕਦੀ, ਤੇ ਬਹੁਤ ਸਾਰੇ ਲੋਕ ਕਿਸਾਨਾਂ ਤੋਂ ਇਹ ਉਮੀਦ ਕਰ ਰਹੇ ਨੇ ਕਿ ਸੁਪਰੀਮ ਕੋਰਟ 'ਚ ਕਮੇਟੀ ਬਣ ਗਈ ਤੇ ਅੱਜ ਹੀ ਅੰਦੋਲਨ ਖਤਮ ਹੋ ਜਾਏ। ਮੈਂ ਕਿਸਾਨਾਂ ਨੂੰ ਪੁੱਛਿਆ, ਉਹ ਮੈਨੂੰ ਉਹਨਾਂ ਨੇ ਸਮਝਾਤਾ, ਜੋ ਕੁਛ ਮੈਂ ਗੱਲਾਂ ਕਰ ਰਿਹਾ ਮੈਨੂੰ ਕਿਸਾਨਾਂ ਨੇ ਸਮਝਾਈਆਂ। ਸੋ ਇਸ ਕਰਕੇ ਇਹ ਮਾਮਲਾ ਹਜੇ ਲੰਬਾ ਚੱਲੂਗਾ, ਮੈਨੂੰ ਇਹ ਲੱਗਦਾ ਹੈ, ਕਿਉਂਕਿ ਜਿਹੜੇ ਕਿਸਾਨ ਨੇ ਸਾਡੇ ਇਹ ਵਿਰਾਸਤ ਤੋਂ ਸਾਰਾ ਕੁਝ ਸਿੱਖੇ ਹੋਏ ਨੇ। ਭਗਤ ਸਿੰਘ ਤੋਂ, ਊਧਮ ਸਿੰਘ ਤੋਂ, ਜਜ਼ਬਾ, ਅੰਦੋਲਨ ਕਰਨ ਦੀ ਤਾਕਤ, ਸਮਰੱਥਾ, ਏਕਾ,
ਦੇਸ਼ ਭਗਤੀ ਦੇਖੋ, ਉੱਥੇ ਮੈਂ ਦੇਖਿਆ ਜਿੰਨੇ ਝੰਡੇ ਕਿਸਾਨੀ ਦੇ ਉਹਨੇ ਝੰਡੇ ਸਾਡੇ ਕੌਮੀ। ਉੱਥੇ ਕੌਮੀ ਝੰਡੇ ਜਦੋਂ ਟਰੈਕਟਰਾਂ ਤੇ ਲੱਗੇ ਮੈਂ ਦੇਖੇ ਗਗਨ ਤੁਰ ਰਹੇ ਸੀ, ਕੌਮੀ ਝੰਡੇ 3-3 ਝੰਡੇ ਲੱਗੇ ਹੋਏ ਸੀ। ਕਿਸਾਨ ਯੂਨੀਅਨ ਦਾ ਆਪਣਾ ਝੰਡਾ, ਹਰਾ ਝੰਡਾ ਖੇਤੀ ਵਾਲਾ ਵੀ ਲਾ ਰੱਖਿਆ ਉਹਨਾਂ ਨੇ ਨੈਸ਼ਨਲ ਫਲੈਗ ਵੀ ਲਾ ਰੱਖਿਆ, ਵਿੱਚ ਆਪਣਾ ਕੇਸਰੀ ਝੰਡਾ ਵੀ ਲੱਗਿਆ ਹੋਇਆ ਸੀ। ਹੁਣ ਤੁਸੀਂ ਦੇਖੋ 3-3 4-4 ਝੰਡੇ, ਸਾਰੇ ਦੇਸ਼ ਭਗਤੀ ਦੇ ਝੰਡੇ ਲੱਗੇ ਸੀ ਜੀ। ਹਰ ਕੇਸਰੀ ਝੰਡਾ ਵੀ ਮੁਹੱਬਤ, ਆਪਸੀ ਭਾਈਚਾਰਾ ਔਰ ਤਾਕਤ ਦਾ ਪ੍ਰੇਰਿਤ ਹੈ, ਦੇਸ਼ ਭਗਤੀ ਦੀ ਪ੍ਰੇਰਨਾ ਦਿੰਦਾ, ਸਾਨੂੰ ਧਰਮ ਦੀ ਪ੍ਰੇਰਨਾ ਵੀ ਦਿੰਦਾ। ਸੋ ਇਹ ਇੱਕ ਸਮਾਜਿਕ ਅੰਦੋਲਨ ਹੈ, ਕਿਸਾਨੀ ਅੰਦੋਲਨ ਸਮਾਜਿਕ ਅੰਦੋਲਨ ਹੈ। ਇਹਨੂੰ ਸਮਝਣ ਦੇ ਬਹੁਤ ਸੰਦਰਭ ਨੇ, ਮਤਲਬ ਪੰਜਾਬੀ 'ਚ ਮੈਂ ਕਹਾਂ ਇਹਨੂੰ, ਇਸ ਅੰਦੋਲਨ ਨੂੰ ਸਮਝਣ ਦੇ ਬਹੁਤ ਸਾਰੇ ਰਾਹ ਨੇ। ਸੋ ਇਹਨੂੰ ਐਡੀ ਆਸਾਨੀ ਨਾਲ ਮੈਨੂੰ ਨਹੀਂ ਲੱਗਦਾ ਕਿ ਇਹ ਅੰਦੋਲਨ ਹੈ ਜਿਹੜਾ ਇਹ ਸੰਪੂਰਨ ਹੋਏਗਾ। ਇਹ ਅੰਦੋਲਨ ਹਾਂ, ਅਗਰ ਸਰਕਾਰ ਚਾਹੇ, ਮੰਗਾਂ ਮੰਨ ਲਏ ਤੇ ਤੁਰੰਤ ਸੰਪੂਰਨ ਹੋ ਜਾਊਗਾ, ਨਹੀਂ ਤਾਂ ਕਿਸਾਨ ਹੌਲੀ ਹੌਲੀ ਇਸ ਅੰਦੋਲਨ ਨੂੰ ਸੰਪੂਰਨਤਾ ਦੇ ਵੱਲ ਆਪ ਲੈ ਕੇ ਜਾਣਗੇ, ਜਦੋਂ ਉਹਨਾਂ ਨੂੰ ਲੱਗੂਗਾ ਕਿ ਹਾਂ ਸਾਨੂੰ ਲੱਗ ਰਿਹਾ ਕਿ ਸਾਨੂੰ ਇਨਸਾਫ ਮਿਲ ਗਿਆ ਜੀ। ਤੇ ਡੱਲਾ ਜੀ, ਇੱਥੇ ਇੱਕ ਵੱਡਾ ਸਵਾਲ ਹੁਣ 15 ਜਨਵਰੀ ਦੀ ਬੈਠਕ ਦੇ ਉੱਤੇ ਖੜਾ ਹੋ ਗਿਆ ਕਿ ਕਮੇਟੀ ਦੇ ਮੂਹਰੇ ਕਿਸਾਨ ਪੇਸ਼ ਹੋਣ ਨੂੰ ਨਹੀਂ ਮੰਨ ਰਹੇ। 15 ਜਨਵਰੀ ਦੀ ਬੈਠਕ ਬਹੁਤ ਅਹਿਮ ਇਸ ਦੌਰਾਨ ਹੋਣ ਵਾਲੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿਸਾਨ ਹੁਣ ਇਸ 15 ਜਨਵਰੀ ਦੀ ਬੈਠਕ ਦੇ ਵਿੱਚ ਜਾਣਗੇ, ਕਿਉਂਕਿ ਅੱਜ 14 ਤਰੀਕ ਹੈ ਤੇ ਕੱਲ੍ਹ ਨੂੰ ਬੈਠਕ ਦਾ ਦੌਰ ਵੀ ਹੈ? ਦੇਖੋ ਗਗਨ, ਕਿਸਾਨ ਜਥੇਬੰਦੀਆਂ ਦੇ ਆਗੂ ਨੇ, ਬਹੁਤ ਸਾਰੇ ਲੋਕ ਨੇ, ਕਈਆਂ ਨਾਲ ਮੈਂ ਵੀ ਗੱਲ ਕੀਤੀ। ਅਸਲ 'ਚ ਸਰਕਾਰ ਵੱਲੋਂ ਵੀ ਵਕਤ ਪਾਇਆ ਜਾ ਰਿਹਾ, ਕਿਉਂਕਿ ਸਰਕਾਰ ਵੀ ਹਜੇ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਰਹੀ ਹੈ, ਪਹਿਲੂਆਂ ਨੂੰ ਸਮਝ ਰਹੀ ਹੈ। ਸਰਕਾਰ ਨੇ ਵੀ ਇਹ ਗੱਲ ਨਹੀਂ ਸੋਚੀ ਹੋਣੀ, ਸਰਕਾਰ ਨੇ ਵੀ ਇਹ ਗੱਲ ਨਹੀਂ ਸੋਚੀ ਹੋਣੀ ਕਿ ਇਹਨਾਂ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਸਥਿਤੀਆਂ ਅਜਿਹੀਆਂ ਬਣ ਜਾਣਗੀਆਂ, ਕਿਉਂਕਿ ਇਹ ਬਹੁਤ ਵੱਡੇ ਕਾਨੂੰਨ ਨੇ, ਇਹ ਕੋਈ ਛੋਟੇ ਕਾਨੂੰਨ ਨਹੀਂ ਹੈਗੇ ਗਗਨ। ਅਸੀਂ ਜਿੰਨਾ ਸਮਝ ਰਹੇ ਹਾਂ ਕਿ ਇੱਕ ਕਾਨੂੰਨ ਨੇ, ਇਹ ਉੱਡੇ ਛੋਟੇ ਕਾਨੂੰਨ ਨਹੀਂ ਹੈਗੇ, ਇਹ ਬਹੁਤ ਵੱਡੇ ਕਾਨੂੰਨ ਨੇ, ਕਿਉਂਕਿ ਇਹਨਾਂ ਦੀ ਅਹਿਮੀਅਤ 70-80 ਕਰੋੜ ਖੇਤੀਬਾੜੀ ਨਾਲ ਜੁੜੇ ਲੋਕਾਂ ਦੇ ਨਾਲ ਜੁੜ ਜਾਂਦੀ ਹੈ। ਸੋ ਇਹ ਆਪਣੇ ਆਪ 'ਚ ਬਹੁਤ ਅਹਿਮ ਕਾਨੂੰਨ ਨੇ। ਸਰਕਾਰ ਨੂੰ ਲਾਗੂ ਕਰਨ ਤੋਂ ਪਹਿਲਾਂ ਇੱਕ ਸਮਾਂ, ਇੱਕ ਪ੍ਰਕਿਰਿਆ ਅਪਣਾਉਣੀ ਚਾਹੀਦੀ ਸੀ। ਮੈਨੂੰ ਲੱਗਦਾ ਹੋ ਸਕਦਾ ਅੱਜ ਇਹ ਸਥਿਤੀਆਂ ਨਾ ਹੁੰਦੀਆਂ, ਕਿਉਂਕਿ ਹਮੇਸ਼ਾ ਕੋਈ ਵੀ ਚੀਜ਼ ਹਮੇਸ਼ਾ ਮਾੜੀ ਨਹੀਂ ਹੁੰਦੀ। ਦੇਖੋ, ਮੈਂ ਇਸ ਗੱਲ ਨੂੰ ਨਹੀਂ ਮੰਨਦਾ ਕਿ ਇਸ ਕਾਨੂੰਨ 'ਚ ਸਾਰਾ ਕੁਝ ਮਾੜਾ ਹੋਊਗਾ। ਬਹੁਤ ਕੁਝ ਇਸ ਕਾਨੂੰਨ 'ਚ ਅਜਿਹਾ ਹੋ ਸਕਦਾ ਜਿਹਨੂੰ ਦਰੁਸਤ ਕੀਤੇ ਜਾਣ ਦੀ ਲੋੜ ਹੈ ਜਾਂ ਰੱਦ ਕੀਤੇ ਜਾਣ ਦੀ ਲੋੜ ਹੈ। ਇਹ ਧਾਰਨਾ ਮੇਰੀ ਵੀ ਹੈਗੀ ਹੈ ਕਿ ਅਗਰ ਕੋਈ ਚੀਜ਼ ਖਰਾਬ ਹੋ ਜਾਏ, ਦੇਖੋ ਸੇਬ ਤੇ ਇੱਕ ਦਾਗ ਹੋਵੇ ਜਾਂ ਦਾਬ ਆ ਜਾਏ ਸੇਬ ਤੇ, ਹਾਂਜੀ, ਤੇ ਅਸੀਂ ਸੁੱਟ ਦਿੰਦੇ ਹਾਂ ਵੀ ਨਵਾਂ ਆ ਜਾਊਗਾ, ਜਾਂ ਉਹ ਹਿੱਸਾ ਕੱਟ ਕੇ ਸੁੱਟ ਦਿੰਦੇ ਹਾਂ। ਇਹ ਤਾਂ ਡਿਪੈਂਡ ਕਰਦਾ ਨਾ। ਹੁਣ ਜਿਹੜੇ ਖੇਤੀ ਕਾਨੂੰਨ ਨੇ, ਅਗਰ ਸਰਕਾਰ ਚਾਹਵੇ ਕਿ ਅਸੀਂ ਕਿਸਾਨਾਂ ਦਾ ਭਰੋਸਾ ਹੀ ਜਿੱਤਣਾ ਹੈ, ਕਿਸਾਨਾਂ ਦੇ ਅਸੀਂ ਕਿਸੇ ਤਰ੍ਹਾਂ ਨਾਲ ਅਸੀਂ ਕਿਸਾਨਾਂ ਨਾਲ ਮਨ ਮੁਟਾਵ ਵਾਲੇ ਪਾਸੇ ਨਹੀਂ ਜਾਣਾ, ਤੇ ਸਰਕਾਰ ਅੱਜ ਵੀ ਕਹਿ ਸਕਦੀ ਹੈ ਕਿ ਅਸੀਂ ਰੱਦ ਕਰਦੇ ਹਾਂ ਪਰ ਅਸੀਂ ਨਾਲ ਹੀ ਨਵਾਂ ਬਣਾਵਾਂਗੇ। ਹੁਣ ਅੱਜ ਸੁਪਰੀਮ ਕੋਰਟ ਨੇ ਇਹਨਾਂ ਦੇ ਅਮਲ ਤੇ ਰੋਕ ਲਾਈ ਹੈ। ਅਗਰ ਸਰਕਾਰ ਖੁਦ ਇਹਨਾਂ ਦੇ ਅਮਲ ਤੇ ਰੋਕ ਲਾ ਦਿੰਦੀ ਤੇ ਮਾਹੌਲ ਹੋਰ ਚੰਗਾ ਬਣ ਜਾਣਾ ਸੀ ਸਰਕਾਰ ਤੇ ਕਿਸਾਨਾਂ ਦਾ। ਮੈਂ ਉਹੀ ਗੱਲ ਪਹਿਲਾਂ ਕਹਿ ਰਿਹਾ ਸੀ ਜਦੋਂ ਪਹਿਲੀਆਂ ਦੂਜੀਆਂ ਮੀਟਿੰਗਾਂ ਸ਼ੁਰੂ ਹੋਈਆਂ ਕਿ ਸਰਕਾਰ ਵੱਡਾ ਦਿਲ ਦਿਖਾ ਕੇ ਕਹਿੰਦੀ ਕਿ ਅਸੀਂ ਕਾਨੂੰਨ ਦੇ ਅਮਲ ਤੇ ਰੋਕ ਲਾਉਂਦੇ ਹਾਂ, ਹੁਣ ਅਸੀਂ ਮੀਟਿੰਗਾਂ ਕਰਕੇ ਇਹਦਾ ਹੱਲ ਕੱਢਦੇ ਹਾਂ। ਫਿਰ ਕਿਸਾਨਾਂ ਨੇ ਵੀ ਇਸ ਪਾਸੇ ਨਹੀਂ ਜਾਣਾ ਸੀ ਕਿ ਕਾਨੂੰਨਾਂ ਨੂੰ ਰੱਦ ਕਰੋ ਜੀ। ਸੋ ਸ਼ੁਰੂਆਤ 'ਚ ਇਹ ਜਾਂ ਤਾਂ ਪ੍ਰਸ਼ਾਸਨਿਕ ਅਫਸਰਾਂ ਦੀ ਕਮੀ ਹੈ। ਕੱਲ੍ਹ ਮੈਂ ਸੁਣ ਰਿਹਾ ਸੀ ਮਨੋਹਰ ਲਾਲ ਖੱਟੜ ਉਹਨਾਂ ਦਾ ਬਿਆਨ ਕਿਸੇ ਅਖਬਾਰ 'ਚ ਛਪਿਆ ਸੀ, ਜਦੋਂ ਉਹਨਾਂ ਤੋਂ ਪੁੱਛਿਆ ਪੱਤਰਕਾਰਾਂ ਨੇ ਕਿ ਜਿਨ੍ਹਾਂ ਕਿਸਾਨਾਂ ਤੇ ਕੇਸ ਦਰਜ ਹੋਏ ਹੈ ਕੀ ਤੁਸੀਂ ਕੇਸ ਰੱਦ ਕਰੋਗੇ? ਮਨੋਹਰ ਲਾਲ ਖੱਟੜ ਕਹਿੰਦੇ ਇਹ ਪੁਲਿਸ ਦਾ ਕੰਮ ਹੈ, ਪੁਲਿਸ ਦੀ ਕਾਰਵਾਈ 'ਚ ਮੈਂ ਦਖਲ ਨਹੀਂ ਦਿੰਦਾ, ਉਹ ਪੁਲਿਸ ਵਾਲੇ ਦੇਖਣਗੇ ਵੀ ਕੇਸ ਦਰਜ ਕਰਨ ਦੀ ਲੋੜ ਹੈ ਜਾਂ ਨਹੀਂ ਹੈ। ਸੋ ਅਗਰ ਇਹ ਪੁਲਿਸ ਦਾ ਕੰਮ ਹੈ ਤੇ ਮਨੋਹਰ ਲਾਲ ਖੱਟੜ ਹੋਣੀ ਉਦੋਂ ਹੀ ਪੁਲਿਸ ਤੋਂ ਰਿਪੋਰਟ ਲੈ ਲੈਂਦੇ, ਭਾਈ ਤੁਸੀਂ ਕਿਉਂ ਐਡਾ ਤਸ਼ੱਦਦ ਕੀਤਾ, ਐਡੇ ਬੈਰੀਕੇਡ ਲਾ ਕੇ ਤੁਸੀਂ ਪਾਣੀ ਦੀਆਂ ਬੁਛਾੜਾਂ ਮਾਰੀਆਂ, ਐਡੇ ਤੁਸੀਂ ਉੱਥੇ ਲਾਠੀ ਚਾਰਜ ਕਰਤੇ, ਕੀ ਲੋੜ ਸੀ ਫਿਰ ਇਹਦੀ? ਆਹ ਨੌਬਤ ਆਣੀ ਨਹੀਂ ਸੀ। ਸੋ ਇਸ ਕਰਕੇ ਇਹ ਨਹੀਂ ਹੈਗਾ ਕਿ ਇਕੱਲੇ ਕਿਸਾਨਾਂ ਨੇ ਅੰਦੋਲਨ ਕਰਤਾ ਤੇ ਅਸੀਂ ਕਿਸਾਨਾਂ ਨੂੰ ਕਹੀਏ। ਸਾਡੀ ਸਰਕਾਰ ਨੇ ਵੀ ਸ਼ੁਰੂਆਤ 'ਚ ਕਈ ਅਜਿਹੇ ਫੈਸਲੇ ਨਹੀਂ ਲਏ ਜਿਹੜੇ ਲਏ ਜਾਣੇ ਚਾਹੀਦੇ ਸੀ। ਦੇਖੋ ਨਰਿੰਦਰ ਮੋਦੀ ਉਹਨਾਂ ਨੂੰ ਤਜਰਬਾ ਹੈ, ਉਹਨਾਂ ਨੇ ਗੁਜਰਾਤ 'ਚ ਕਿੰਨੀ ਵਾਰੀ ਮੁੱਖ ਮੰਤਰੀ ਰਹੇ, 3 ਜਾਂ 4 ਵਾਰੀ ਰਹੇ, ਦੂਜੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਖੱਟੜ ਸਾਹਿਬ ਤਾਂ ਹਜੇ ਦੂਜੀ ਵਾਰੀ ਮੁੱਖ ਮੰਤਰੀ ਬਣੇ ਨੇ, ਉਹ ਵੀ ਦੁਸ਼ਯੰਤ ਚੌਟਾਲਾ ਉਹਨਾਂ ਦੇ ਜਿਹੜੇ ਉਹਨਾਂ ਦੇ ਵਿਧਾਇਕ ਨੇ 10 ਮੇਰਾ ਖਿਆਲ ਉਹਨਾਂ ਦੀ ਮਦਦ ਨਾਲ ਬਣੇ ਨੇ। ਖੱਟੜ ਸਾਹਿਬ ਦਾ ਕਾਰਜਕਾਲ ਕੋਈ ਇੰਨਾ ਵਧੀਆ ਨਹੀਂ ਰਿਹਾ, ਪਹਿਲੀ ਵਾਰੀ ਬਹੁਮਤ ਦੀ ਸਰਕਾਰ ਸੀ। ਮੋਦੀ ਸਾਹਿਬ ਦੇ ਹੁੰਦੇ ਹੋਏ ਪ੍ਰਧਾਨ ਮੰਤਰੀ ਅਗਰ ਖੱਟੜ ਸਾਹਿਬ ਬਹੁਮਤ ਨਹੀਂ ਲਿਆ ਸਕੇ ਹਰਿਆਣੇ 'ਚ, ਇਹਦਾ ਮਤਲਬ ਹੈ ਖੱਟੜ ਸਾਹਿਬ ਦੀ ਕਾਰਗੁਜ਼ਾਰੀ ਕਮਜ਼ੋਰ ਰਹੀ, ਤੇ ਤਾਂ ਹੀ ਹਰਿਆਣੇ ਦੀ ਪੁਲਿਸ ਇਹੋ ਜਿਹਾ ਕੰਮ ਕਰ ਗਈ ਨਾ। ਅਗਰ ਖੱਟੜ ਸਾਹਿਬ ਬੜੇ ਯੋਗ ਐਡਮਿਨਿਸਟ੍ਰੇਟਰ ਹੁੰਦੇ
ਤੇ ਕਿਸਾਨਾਂ ਦੇ ਨਾਲ ਲੰਘਦੇ ਵਕਤ ਚੰਗਾ ਤਾਲਮੇਲ ਬਣਾ ਲੈਂਦੇ, ਆਹ ਨੌਬਤ ਹੀ ਨਹੀਂ ਸੀ ਆਉਣੀ ਜੀ। ਸੋ ਇਸ ਕਰਕੇ ਇਹ ਚੀਜ਼ਾਂ ਨੂੰ ਬਹੁਤ ਧਿਆਨ ਨਾਲ ਦੇਖਣ ਦੀ ਜ਼ਰੂਰਤ ਹੈ। ਹੁਣ ਸਾਰੀ ਗੱਲ ਇਹ ਨਹੀਂ ਹੈਗੀ ਵੀ ਕੀ ਕਿਸਾਨ 15 ਤਰੀਕ ਨੂੰ ਜਾਣਗੇ ਜਾਂ ਨਹੀਂ ਹੈਗੇ, ਪਰ ਗੱਲ ਕਮੇਟੀ ਵਾਲੇ ਮੈਂਬਰ ਤਾਂ ਲਗਾਤਾਰ ਇਹ ਕਹਿ ਰਹੇ ਨੇ ਕਿਸਾਨ ਕਿ ਕਾਨੂੰਨ ਰੱਦ ਕਰੋ, ਕਿਉਂਕਿ ਹੁਣ ਜਿਹੜਾ ਇਹ ਅੰਦੋਲਨ ਹੈ ਇਹ ਕਾਨੂੰਨਾਂ ਨੂੰ ਰੱਦ ਕਰਾਉਣ ਦਾ। ਹੁਣ ਉਹ ਸੰਸ਼ੋਧਨ ਦੀ ਤਾਂ ਗੱਲ ਹੀ ਨਹੀਂ ਕਰ ਰਹੇ, ਹੁਣ ਤਾਂ ਜਿਹੜਾ ਇਹ ਕਾਨੂੰਨ ਹੈ ਇਹ MSP ਦਾ ਕਾਨੂੰਨ ਬਣਾਉਣ ਦਾ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ 15 ਦੀ ਵੀ ਮੀਟਿੰਗ ਹੈ ਗਗਨ, ਮੈਨੂੰ ਨਹੀਂ ਲੱਗਦਾ ਕਿ 15 ਦੀ ਮੀਟਿੰਗ ਦੇ ਵਿੱਚ ਕੋਈ ਆਖਰੀ ਫੈਸਲਾ ਹੋਊਗਾ। ਹਾਂ, ਇਹ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਨੇ ਕਿਉਂਕਿ ਕਾਨੂੰਨਾਂ ਦੇ ਅਮਲ ਤੇ ਰੋਕ ਲਾਈ ਹੈ, ਹੋ ਸਕਦਾ ਹੈ ਸਰਕਾਰ ਕਿਸਾਨਾਂ ਨੂੰ ਕੋਈ ਤੋਹਫਾ ਦੇ ਦੇ। ਦੇਖੋ ਪ੍ਰਧਾਨ ਮੰਤਰੀ ਮੋਦੀ ਸਾਹਿਬ ਹੈ, ਜਿਵੇਂ ਮੈਂ ਪਹਿਲਾਂ ਕਿਹਾ ਵੱਡੇ ਵੱਡੇ ਫੈਸਲੇ ਕੀਤੇ ਨੇ, ਅਗਰ ਉਹ ਚੀਜ਼ ਲਾਗੂ ਕਰ ਸਕਦੇ ਨੇ ਉਹ ਮਿੰਟੋ ਮਿੰਟੀ ਹਟਾ ਵੀ ਸਕਦੇ ਨੇ। ਪ੍ਰਧਾਨ ਮੰਤਰੀ ਦਾ ਸੁਨੇਹਾ ਲੈ ਕੇ ਮੀਟਿੰਗ ਦੇ ਵਿੱਚ ਜਿਹੜੇ ਮੰਤਰੀ ਜਾਣਗੇ ਉਹ ਨਵਾਂ ਪ੍ਰਸਤਾਵ ਵੀ ਦੇ ਸਕਦੇ ਨੇ ਪ੍ਰਧਾਨ ਮੰਤਰੀ ਦਾ। ਦੇਖੋ ਅੱਜ ਤੱਕ ਸਿੱਧਾ ਪ੍ਰਧਾਨ ਮੰਤਰੀ ਦਾ ਪ੍ਰਸਤਾਵ ਨਹੀਂ ਗਿਆ ਕਿਸਾਨਾਂ ਨੂੰ, ਹਜੇ ਤੱਕ ਸਰਕਾਰ ਦਾ ਮੰਤਰੀਆਂ ਦਾ ਪ੍ਰਸਤਾਵ ਆ ਰਿਹਾ ਸੀ। ਪ੍ਰਧਾਨ ਮੰਤਰੀ ਮੁਖੀ ਨੇ, ਪਰ ਪ੍ਰਧਾਨ ਮੰਤਰੀ ਦਾ ਆਪਣਾ ਇੱਕ ਕੱਦ ਵੀ ਹੈਗਾ ਨਾ, ਇੱਕ ਉਹਨਾਂ ਦੀ ਆਪਣੀ ਭਰੋਸੇਯੋਗਤਾ ਹੈ, ਉਹਨਾਂ ਦੀ ਕਹੀ ਗੱਲ ਤੇ ਲੋਕਾਂ ਦਾ ਭਰੋਸਾ ਹੈ। ਅਗਰ ਪ੍ਰਧਾਨ ਮੰਤਰੀ ਦਾ ਪ੍ਰਸਤਾਵ ਆ ਜੇ ਕਿਸਾਨਾਂ ਨੂੰ ਵੀ ਮੈਂ ਤੁਹਾਨੂੰ ਭਰੋਸਾ ਦਿੰਦਾ ਵੀ ਆਪਾਂ ਇਹਨਾਂ ਗੱਲਾਂ ਦੇ ਉੱਤੇ ਅੱਗੇ ਵਧੀਏ, ਹੋ ਸਕਦਾ ਗੱਲ ਫਿਰ ਉਹਨਾਂ ਗੱਲਾਂ ਤੇ ਅੱਗੇ ਸ਼ੁਰੂ ਹੋ ਸਕਦਾ ਪ੍ਰਧਾਨ ਮੰਤਰੀ ਦਾ ਪ੍ਰਸਤਾਵ ਇਹ ਆ ਜੇ ਵੀ ਆਪਾਂ ਨਵੇਂ ਸਿਰੇ ਤੋਂ ਕਾਨੂੰਨ ਬਣਾ ਲੈਂਦੇ ਹਾਂ, ਨਵੇਂ ਸਿਰੇ ਤੋਂ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜੀ। ਜਦੋਂ ਨਵੇਂ ਸਿਰੇ ਤੇ ਕਾਨੂੰਨ ਬਣਾਉਣ ਦਾ ਖਰੜਾ ਸਹਿਮਤੀ ਵਾਲਾ ਬਣ ਜੇ, ਉਦੋਂ ਪੁਰਾਣੇ ਕਾਨੂੰਨ ਰੱਦ ਕਰ ਲਓ, ਇਹ ਵੀ ਹੋ ਸਕਦਾ। ਸਰਕਾਰ ਪ੍ਰਸਤਾਵ ਦੇ ਨਾਲ ਹੀ ਗੱਲ ਤੁਰਨੀ ਹੈ, ਸਿਰਫ ਮੀਟਿੰਗ ਦੇ ਦਿਨ ਤੈਅ ਕਰਨ ਦੇ ਨਾਲ ਗਗਨ ਇਸ ਮਸਲੇ ਦਾ ਅੰਤ ਨਹੀਂ ਨਿਕਲ ਜੀ। ਤੇ ਡਲਾ ਚੀਜ਼ ਦੇ ਨਾਲ ਹੀ ਪੰਜਾਬ ਕੈਬਨਿਟ ਦੀ ਬੈਠਕ ਹੈ ਅੱਜ। ਇਸ ਬੈਠਕ ਨੂੰ ਇਸ ਬੈਠਕ ਦੇ ਲਈ ਆਰਡਰ ਹੁੰਦੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ। ਜਦੋਂ ਸੁਪਰੀਮ ਕੋਰਟ ਦੇ ਵਿੱਚੋਂ ਫੈਸਲਾ ਆਉਂਦਾ ਹੈ, ਉਸ ਤੋਂ ਬਾਅਦ ਐਡਵੋਕੇਟ ਜਨਰਲ ਨੂੰ ਹੁਕਮ ਜਾਰੀ ਹੁੰਦੇ ਨੇ ਪੰਜਾਬ ਸਰਕਾਰ ਦੇ ਵੱਲੋਂ ਕਿ ਆਰਡਰਾਂ ਦੀਆਂ ਕਾਪੀਆਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪੰਜਾਬ ਦੀ ਕੈਬਨਿਟ ਬੈਠਕ ਦੇ ਵਿੱਚ ਪਹੁੰਚਿਆ ਜਾਵੇ। ਇਸ ਬੈਠਕ ਨੂੰ ਅੱਜ ਦੀ ਨੂੰ ਕਿੱਦਾਂ ਵੇਖ ਰਹੇ ਹੋ ਕਿ ਪੰਜਾਬ ਸਰਕਾਰ ਵੀ ਕੋਈ ਵੱਡਾ ਫੈਸਲਾ ਲੈ ਸਕਦੀ ਹੈ? ਦੇਖੋ ਪਰਸੋਂ, ਅੱਜ ਹੈਗੀ ਹੈ 14 ਤਰੀਕ ਮਾਘੀ, ਕੱਲ 13 ਸੀ, ਪਰਸੋਂ 12 ਸੀ। 12 ਨੂੰ ਸੁਪਰੀਮ ਕੋਰਟ ਸੁਣਵਾਈ ਹੋ ਰਹੀ ਸੀ, ਮੈਂ ਵੀ 12 ਨੂੰ ਦਿੱਲੀ ਸੀ ਜੀ। ਪਰਸੋਂ ਸ਼ਾਮ ਤੱਕ, ਦੇਰ ਸ਼ਾਮ ਤੱਕ ਜਿਹੜਾ ਆਰਡਰ ਹੈ ਉਹ ਵੀ ਆ ਗਿਆ ਸੀ ਜੀ। ਹੁਣ ਕੈਪਟਨ ਨੇ ਅਤੁਲ ਨੰਦਾ ਉਹਨਾਂ ਦੀ ਡਿਊਟੀ ਲਾਈ, ਜਿਹੜੇ ਐਡਵੋਕੇਟ ਜਨਰਲ ਨੇ ਪੰਜਾਬ ਦੇ, ਉਹ ਅੱਜ ਸ਼ਾਮ ਨੂੰ ਜਿਹੜੀ 4 ਵਜੇ ਮੰਤਰੀ ਮੰਡਲ ਦੀ ਬੈਠਕ ਹੈ ਉਹਦੇ 'ਚ ਸੁਪਰੀਮ ਕੋਰਟ ਦਾ ਉਹ ਸਾਰਾ ਆਰਡਰ ਲੈ ਕੇ ਆਉਣਗੇ ਔਰ ਉਹਦੇ ਕਾਨੂੰਨੀ ਪੱਖ ਮੰਤਰੀ ਮੰਡਲ ਨੂੰ ਵੀ ਵਾਕਫ ਕਰਾਉਣਗੇ। ਹੁਣ ਮੰਤਰੀ ਮੰਡਲ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਹਨਾਂ ਹੁਕਮਾਂ ਦੇ ਸਾਰੇ ਕਾਨੂੰਨੀ ਪੱਖਾਂ ਤੇ ਵਿਚਾਰ ਕਰੂਗੀ। ਔਰ ਦੂਸਰਾ, ਕੈਪਟਨ ਅਮਰਿੰਦਰ ਦੀ ਸਰਕਾਰ, ਕਿਉਂਕਿ ਪੰਜਾਬ ਦੀ ਵਿਧਾਨ ਸਭਾ ਨੇ ਸੋਧ ਮਤੇ ਰੱਦ ਕੀਤੇ, ਸੋਧ ਮਤੇ ਪਾਸ ਕੀਤੇ, ਕਾਨੂੰਨਾਂ ਦੇ ਵਿੱਚ ਸੋਧ ਮਤੇ ਲਾਏ ਨੇ। ਹੁਣ ਕੱਲ ਦੇ ਮੰਤਰੀ ਮੰਡਲ ਦੀ ਬੈਠਕ 'ਚ ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਇਹ ਵੀ ਕਹਿ ਸਕਦੇ ਨੇ ਕਿ ਅਦਾਲਤ ਦੀ ਕਾਰਵਾਈ ਸ਼ੁਰੂ ਹੋ ਚੁੱਕੀ, ਸੁਪਰੀਮ ਕੋਰਟ ਨੇ ਕਮੇਟੀ ਵੀ ਬਣਾਤੀ, ਤੇ ਪੰਜਾਬ ਦੀ ਸਰਕਾਰ ਕੱਲ ਇਹ ਵੀ ਗੱਲ ਕਰ ਸਕਦੀ ਹੈ ਕਿ ਅਗਰ ਕਿਸਾਨ ਸਹਿਮਤੀ ਦਿੰਦੇ ਨੇ ਤੇ ਅਸੀਂ ਵੀ ਪੰਜਾਬ ਦੇ ਆਪਣੇ ਜਿਹੜੇ ਸੋਧ ਮਤੇ ਪਾਸ ਕੀਤੇ ਨੇ ਉਹਨਾਂ ਮਸਲਿਆਂ ਤੇ ਅਸੀਂ ਸੁਪਰੀਮ ਕੋਰਟ 'ਚ ਜਾ ਸਕਦੇ ਹਾਂ। ਕੱਲ ਕੈਪਟਨ ਅਮਰਿੰਦਰ ਸਿੰਘ ਇਸ ਬਾਰੇ ਐਲਾਨ ਕਰ ਸਕਦੇ ਨੇ ਕਿਸਾਨਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਜਾਂ ਕੋਈ ਸਹਿਮਤੀ ਲੈਣ ਤੋਂ ਬਾਅਦ। ਕੈਪਟਨ ਅਮਰਿੰਦਰ ਵੀ ਕਿਸਾਨਾਂ ਦੀ ਭਾਵਨਾ ਦੇ ਉਲਟ ਨਹੀਂ ਜਾਣਗੇ। ਪਰ ਅੱਜ ਦੀ ਜਿਹੜੀ ਮੰਤਰੀ ਮੰਡਲ ਦੀ ਬੈਠਕ ਹੈ, ਮਾਫ ਕਰਨਾ ਕੱਲ ਨਹੀਂ, ਅੱਜ 14 ਤਰੀਕ ਦੀ, ਅੱਜ ਕੈਪਟਨ ਅਮਰਿੰਦਰ ਇਹ ਐਲਾਨ ਕਰ ਸਕਦੇ ਨੇ ਗਗਨ ਕਿ ਅਸੀਂ ਸੁਪਰੀਮ ਕੋਰਟ ਦੇ ਆਰਡਰ ਵੀ ਪੜ੍ਹ ਲਏ ਔਰ ਅਸੀਂ ਆਪਣੇ ਸੋਧ ਮਤਿਆਂ ਦੇ ਮਾਮਲੇ 'ਚ ਵੀ ਹੁਣ ਕਾਨੂੰਨੀ ਕਾਰਵਾਈ ਦਾ ਰਸਤਾ ਦੇਖ ਰਹੇ ਹਾਂ ਔਰ ਹੋ ਸਕਦਾ ਅਤੁਲ ਨੰਦਾ ਹੋਣੀ ਉਹਦੇ ਬਾਰੇ ਵੀ ਕੋਈ ਪ੍ਰਸਤਾਵ ਦੇ ਦੇਣ। ਦੇਖੋ ਪੰਜਾਬ ਦੇ 3 ਸੋਧ ਮਤੇ ਨੇ, ਉਹ ਪੰਜਾਬ ਦੇ ਗਵਰਨਰ ਸਾਹਿਬ ਕੋਲੇ ਗਏ, ਜੋ ਪ੍ਰਕਿਰਿਆ ਰਾਸ਼ਟਰਪਤੀ ਸਾਹਿਬ ਕੋਲੇ ਜਾਣੇ ਚਾਹੀਦੇ ਸੀ, ਨਹੀਂ ਗਏ, ਇਹ ਕਿਹਾ ਜਾ ਰਿਹਾ ਸਰਕਾਰ ਦੇ ਜਿਹੜੇ ਓਫੀਸ਼ੀਅਲ ਸਪੋਕਸਮੈਨ ਹੈ ਉਹਨਾਂ ਵੱਲੋਂ। ਔਰ ਰਾਸ਼ਟਰਪਤੀ ਉਹਨਾਂ ਨੂੰ ਮਿਲਣ ਦਾ ਟਾਈਮ, ਰਾਸ਼ਟਰਪਤੀ ਤੋਂ ਮਿਲਣ ਦਾ ਟਾਈਮ ਕੈਪਟਨ ਅਮਰਿੰਦਰ ਉਹਨਾਂ ਨੂੰ ਵੀ ਨਹੀਂ ਮਿਲ ਸਕਿਆ। ਸੋ ਇਸ ਕਰਕੇ ਜਿਹੜੀ ਅੱਜ ਮੀਟਿੰਗ ਹੈ ਉਹਦੇ 'ਚ ਸਾਰੇ ਪਹਿਲੂਆਂ ਦੇ ਉੱਤੇ ਵਿਚਾਰ ਕਰਨੀ ਕੈਪਟਨ ਅਮਰਿੰਦਰ ਨੇ ਕਿ ਸਾਡੀ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਇਸ ਪੂਰੇ ਮਸਲੇ 'ਤੇ ਜੀ। ਤੇ ਡੇਰਾ ਜੀ, ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦਾ ਇੱਕ ਟਵੀਟ ਹੈ, ਬੜੀਆਂ ਚਰਚਾਵਾਂ ਉਸ ਟਵੀਟ ਤੋਂ ਬਾਅਦ ਖੜੀਆਂ ਹੋਈਆਂ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਅਜਿਹਾ ਟਵੀਟ ਕਰਨ ਦੀ ਜ਼ਰੂਰਤ ਕਿਉਂ ਪੈ ਗਈ। ਉਸ ਟਵੀਟ ਦੇਖੋ ਹਰ ਕੋਈ ਆਪਣੀਆਂ ਭਾਵਨਾਵਾਂ ਦੇ ਮੁਤਾਬਕ ਆਪਣੀ ਰਾਏ ਰੱਖ ਰਿਹਾ। ਦੇਖੋ ਇਹ ਸਾਡਾ ਮੁਲਕ ਹੈ, ਸਾਡੀ ਡੈਮੋਕ੍ਰੇਸੀ ਹੈ। ਦੇਖੋ ਸੁਪਰੀਮ ਕੋਰਟ ਨੇ ਵੀ ਕਹਿਤਾ
ਕਿ ਸ਼ਾਂਤੀਪੂਰਵਕ ਡੈਮੋਕ੍ਰੈਟਿਕ ਤਰੀਕੇ ਨਾਲ ਧਰਨਾ ਕਰਨਾ ਕਿਸਾਨਾਂ ਦਾ ਹੱਕ ਹੈ ਤੇ ਕਿਸਾਨ ਬੈਠੇ ਆ ਨਾ ਜੀ। ਸੋ ਨਵਜੋਤ ਸਿੱਧੂ ਨੇ ਵੀ ਟਵੀਟ ਕੀਤਾ ਹੈ। ਸੋ ਨਵਜੋਤ ਸਿੰਘ ਸਿੱਧੂ ਦੀਆਂ ਆਪਣੀਆਂ ਭਾਵਨਾਵਾਂ ਨੇ, ਹਰ ਕੋਈ ਚਾਹੁੰਦਾ ਇਹੀ ਹੈ ਕਿ ਜਲਦ ਤੋਂ ਜਲਦ ਇਨਸਾਫ ਮਿਲੇ। ਦੇਖੋ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਬਹੁਤ ਸਾਰੇ ਪੁਰਾਣੇ ਕਾਨੂੰਨ ਹੈ ਉਹ ਖਤਮ ਕੀਤੇ ਹੈ। ਇਹਦਾ ਮਤਲਬ ਹੈ ਕਿ ਸਮੇਂ ਦੇ ਨਾਲ ਨਾਲ ਕਾਨੂੰਨਾਂ ਦੀ ਜ਼ਰੂਰਤ, ਬਹੁਤ ਸਾਰੇ ਕਾਨੂੰਨ ਜਿਹੜੇ ਪਹਿਲਾਂ ਸੀ ਉਹਨਾਂ ਦੀ ਜ਼ਰੂਰਤ ਨਹੀਂ ਰਹੀ। ਸੋ ਅਗਰ ਪੁਰਾਣੇ ਕਾਨੂੰਨਾਂ ਦੀ ਜ਼ਰੂਰਤ ਨਹੀਂ ਰਹੀ ਤਾਂ ਇਹ ਵੀ ਹੋ ਸਕਦਾ ਹੈ ਕਿ ਕੋਈ ਜਿਹੜਾ ਨਵਾਂ ਕਾਨੂੰਨ ਹੈ ਉਹਦੀ ਵੀ ਸਾਨੂੰ ਨਹੀਂ ਜ਼ਰੂਰਤ ਤੇ ਅਸੀਂ ਉਹਦੇ 'ਚ ਵੀ ਢਾਂਚਾਗਤ ਬਦਲਾਅ ਕਰ ਲਈਏ ਜਾਂ ਉਹਨੂੰ ਰੱਦ ਕਰ ਲਈਏ। ਦੂਸਰਾ ਨਵਜੋਤ ਸਿੰਘ ਸਿੱਧੂ ਦੀ ਗੱਲ, ਨਵਜੋਤ ਸਿੰਘ ਸਿੱਧੂ ਕਿਉਂਕਿ ਉਹ ਵੀ ਆਪ ਕਿਸਾਨੀ ਪਰਿਵਾਰ ਨਾਲ ਹੀ ਜੁੜੇ ਰਹੇ ਆ ਸਾਰੇ, ਉਹ ਵੀ ਸਾਰੇ ਕਿਸਾਨਾਂ ਦਾ ਜਿਹੜਾ ਠਾਠਾਂ ਮਾਰਦਾ ਇਕੱਠ ਹੈ ਉਹਨਾਂ ਦਾ ਭਾਵਨਾਤਮਕ ਜਿਹੜਾ ਸੁਨੇਹਾ ਬਾਹਰ ਆਉਂਦਾ ਕਿਸਾਨਾਂ ਦਾ, ਨਵਜੋਤ ਸਿੰਘ ਸਿੱਧੂ ਵੀ ਉਹਦੇ ਨਾਲ ਪ੍ਰਭਾਵਿਤ ਹੁੰਦਾ ਹੈ। ਸਾਰੇ ਹੁੰਦੇ ਨੇ। ਦੇਖੋ ਬਹੁਤ ਸਾਰੇ ਬੀਜੇਪੀ ਦੇ ਲੀਡਰ ਨੇ, ਦੇਖੋ ਦੋ ਗੱਲਾਂ ਕਰਦਾ ਮੈਂ, ਜਿਹੜੇ ਅੰਦੋਲਨਕਾਰੀ ਨੇ ਉਹ ਜਿਹੜੇ ਨੈਗੇਟਿਵ ਪੱਖ ਨੇ, ਜਿਹੜੇ ਨਾ ਪੱਖੀ ਗੱਲਾਂ ਨੇ ਉਹ ਸਮਝ ਰਹੇ ਨੇ, ਉਹਨਾਂ ਨੂੰ ਦੇਖ ਰਹੇ ਨੇ, ਪੜਤਾਲ ਰਹੇ ਨੇ ਔਰ ਮਹਿਸੂਸ ਕਰ ਰਹੇ ਨੇ ਕਿ ਇਹ ਨਾ ਪੱਖੀ ਗੱਲਾਂ ਸਾਡੇ ਲਈ ਨੁਕਸਾਨਦਾਇਕ ਹੈ। ਔਰ ਸਰਕਾਰ ਔਰ ਬੀਜੇਪੀ ਦੇ ਲੀਡਰ ਉਹ ਜਿਹੜੀਆਂ ਹਾਂ ਪੱਖੀ ਗੱਲਾਂ ਨੇ ਉਹਨਾਂ ਬਾਰੇ ਜ਼ਿਆਦਾ ਜ਼ੋਰ ਦੇ ਰਹੇ ਨੇ ਵੀ ਆਹ ਗੱਲਾਂ ਚੰਗੀਆਂ ਜੀ ਚੰਗੀਆਂ ਜੀ ਚੰਗੀਆਂ, ਉਹ ਉਹਨਾਂ ਨੂੰ ਸੋਚ ਕੇ ਉਹਨਾਂ ਨੂੰ ਗਲਤ ਸਮਝ ਰਹੇ ਨੇ, ਉਹ ਉਹਨਾਂ ਨੂੰ ਗਲਤ ਸਮਝ ਰਹੇ ਨੇ। ਪਰ ਕਿਉਂਕਿ ਸਰਕਾਰ ਦਾ ਤਾਂ ਕੁਝ ਦਾਅ 'ਤੇ ਨਹੀਂ ਲੱਗਿਆ, ਕਾਨੂੰਨ ਸਰਕਾਰ ਬਣਾ ਰਹੀ ਹੈ ਔਰ ਸਰਕਾਰ ਉਹੀ ਹੈ ਜਿਹੜੀ ਲੋਕਾਂ ਨੇ ਚੁਣੀ ਹੈ। ਸਰਕਾਰ ਬਾਹਰੋਂ ਤਾਂ ਨਹੀਂ ਨਾ ਆ ਗਈ। ਸਰਕਾਰ ਕਿਹੜਾ ਡੱਬਾ ਬੰਦ ਹੈ ਵੀ ਆਪਾਂ ਇੰਪੋਰਟ ਕਰਕੇ ਐਕਸਾਈਜ਼ ਡਿਊਟੀ ਦੇ ਕੇ ਮੰਗਾ ਲਈ, ਹੈ ਨਹੀਂ, ਆਪਣੇ ਹੀ ਨੇ ਸਾਰੇ, ਆਪਾਂ ਹੀ ਵੋਟਾਂ ਪਾ ਕੇ ਚੁਣੀਆਂ ਨੇ। ਸੋ ਜਦੋਂ ਸਰਕਾਰ ਆਪਾਂ ਆਪਣੇ ਲਈ ਚੁਣੀ ਹੈ ਤੇ ਸਰਕਾਰ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਵੀ ਜਦੋਂ ਇਹਨਾਂ ਲੋਕਾਂ ਨੇ ਤਾਂ ਸਾਨੂੰ ਸੱਤਾ ਦੇਤੀ ਵੀ ਇਹਨਾਂ ਨੂੰ ਤਾਂ ਸਾਡੇ 'ਚ ਭਰੋਸਾ ਹੀ ਬਹੁਤ ਹੈ ਵੀ ਅਗਰ ਇਹਨਾਂ ਨੂੰ ਕਾਨੂੰਨ ਨਹੀਂ ਪਸੰਦ, ਮੈਂ ਕਹਿੰਦਾ ਚੰਗਾ ਹੀ ਹੋਵੇ। ਕਈ ਵਾਰੀ ਦੁੱਧ ਚੰਗਾ ਹੁੰਦਾ, ਬੱਚਾ ਜ਼ਿੱਦ ਕਰਦਾ ਵੀ ਮੈਂ ਰਾਤ ਨੂੰ ਸੌਣ ਲੱਗੇ ਦੁੱਧ ਨਹੀਂ ਪੀਣਾ। ਹੁਣ ਜੇ ਆਪਾਂ ਉਹਨੂੰ ਧੱਕੇ ਨਾਲ ਦੁੱਧ ਪਿਲਾਵਾਂਗੇ ਹੋ ਸਕਦਾ ਉਲਟੀ ਕਰਦੇ ਜਵਾਕ। ਸੋ ਇਸ ਕਰਕੇ ਅਗਰ ਕਈ ਵਾਰੀ ਜ਼ਿੱਦ ਵੀ ਮੰਨ ਲੈਣੀ ਚਾਹੀਦੀ ਹੈ ਮੁਲਕ ਦੇ ਭਲੇ ਲਈ, ਪਰ ਸਰਕਾਰਾਂ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ। ਉਹਨਾਂ ਨੂੰ ਅਗਰ ਸਰਕਾਰ ਨੂੰ ਇਹ ਲੱਗੇ ਵੀ ਸਭ ਕੁਝ ਸਹੀ ਹੈ ਤਾਂ ਵੀ ਸਾਡੇ ਕਿਸਾਨ ਜਿੱਦ ਤੇ ਬੈਠੇ ਆ, ਅਗਰ ਸਰਕਾਰ ਨੂੰ ਇਹ ਲੱਗੇ ਤਾਂ ਵੀ ਸਰਕਾਰ ਨੂੰ ਜਿੱਦ ਮੰਨ ਲੈਣੀ ਚਾਹੀਦੀ ਹੈ ਵੀ ਇੱਕ ਵਾਰੀ ਅਸੀਂ ਚਲੋ ਰੱਦ ਕਰਦੇ ਹਾਂ, ਫਿਰ ਕਿਸਾਨਾਂ ਦੀ ਸਹਿਮਤੀ, ਤੁਹਾਡੀ ਸਹਿਮਤੀ ਨਾਲ ਕਾਨੂੰਨ ਬਣਾਉਂਦੇ ਹਾਂ, ਗੱਲਾਂ ਫਿਰ ਲਗਭਗ ਉਹੀ ਆ ਜਾਣੀਆਂ ਗਗਨ, ਹੈ ਜੀ। ਸੋ ਹਰ ਬਿਮਾਰੀ ਦੇ ਇਲਾਜ ਲਈ ਥੋੜ੍ਹੀਆਂ ਜਿਹੀਆਂ ਗੋਲੀਆਂ ਹੀ ਨੇ ਨਾ। ਆਹ ਵੈਕਸੀਨਾਂ ਵੀ ਦੇਖੋ ਹੁਣ ਗਿਣਵੀਆਂ ਚੁਣਵੀਆਂ ਨੇ, ਪੂਰੀ ਦੁਨੀਆ ਦੇਖੋ ਡਰੀ ਪਈ ਹੈ। ਆਹ 3-4 ਵੈਕਸੀਨਾਂ ਨੇ, ਇੰਡੀਆ 'ਚ 2 ਆ ਗਈਆਂ, 4 ਕਹਿੰਦੇ ਹੋਰ ਆ ਜਾਣੀਆਂ। ਆਹ ਮੁਲਕ 'ਚ ਮੇਰੇ ਖਿਆਲ 10, ਪੂਰੀ ਦੁਨੀਆ 'ਚ ਮੇਰੇ ਖਿਆਲ 8-10 ਟੀਕੇ ਹੀ ਬਣੇ ਹੋਣੇ ਹਜੇ ਵੈਕਸੀਨ ਵਾਲੇ, ਉਹੀ ਲੱਗਣੀਆਂ ਨੇ ਸਾਰਿਆਂ ਦੀਆਂ। ਅਲਟੀਮੇਟਲੀ ਗੱਲਬਾਤ ਤਾਂ ਉੱਥੇ ਰਹਿ ਜਾਣੀ ਹੈ, ਖੇਤੀ ਵੀ ਉਨੀ ਹੈ, ਸਬਜ਼ੀਆਂ ਵੀ ਉਨੀਆਂ ਨੇ। ਸੋ ਇਸ ਕਰਕੇ ਕਿਸੇ ਤਰ੍ਹਾਂ ਦਾ ਰੇੜਕ ਹੈ ਜਿਹੜਾ ਉਹ ਸਾਨੂੰ ਆਪ ਹੀ ਮਿਲ ਜੁਲ ਕੇ ਕੱਢ ਲੈਣਾ ਚਾਹੀਦਾ ਹੈ। ਔਰ ਗੱਲ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗਾ ਗਗਨ, ਕਿਉਂਕਿ ਸ਼ੁਰੂ 'ਚ ਇਹ ਗੱਲ ਹੋ ਰਹੀ ਹੈ, ਆਪਾਂ ਕਿਸੇ ਵੀ ਧਿਰ ਨੂੰ ਗਲਤ ਨਾ ਕਹੀਏ। ਨਾ ਸੁਪਰੀਮ ਕੋਰਟ ਗਲਤ ਹੈ, ਨਾ ਕਿਸਾਨ ਗਲਤ ਹੈ, ਨਾ ਸਰਕਾਰ ਗਲਤ ਹੈ। ਨਜ਼ਰੀਏ ਵੱਖਰੇ ਵੱਖਰੇ ਹੋ ਸਕਦੇ ਨੇ, ਜਿੱਦਣ ਇਹਨਾਂ ਦਾ ਨਜ਼ਰੀਆ ਆਪਸ 'ਚ ਮੈਚ ਕਰ ਗਿਆ ਗੱਲ ਖਤਮ ਹੋ ਜਾਣੀ ਜੀ। ਤੇ ਦਲਾ ਜੀ ਇਸ ਦੇ ਨਾਲ ਹੀ ਜਾਂਦੇ ਆਮ ਆਦਮੀ ਪਾਰਟੀ ਦੀ ਖਬਰ ਦੇ ਉੱਤੇ ਜ਼ਰੂਰ ਤੁਹਾਡੀ ਟਿੱਪਣੀ ਲਵਾਂਗਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹਜ਼ਾਰਾਂ ਕਾਪੀਆਂ ਜਿਹੜੀਆਂ ਲੋਹੜੀ ਦੇ ਮੌਕੇ ਦੇ ਉੱਤੇ ਇਹਨਾਂ ਕਾਨੂੰਨਾਂ ਦੀਆਂ ਸਾੜੀਆਂ ਗਈਆਂ ਨੇ, ਉਸ ਦੇ ਉੱਤੇ ਟਿੱਪਣੀ ਕੀ ਹੈ ਤੁਹਾਡੀ? ਦੇਖੋ ਸਾਰਿਆਂ ਨੇ ਸਾੜੀਆਂ ਨੇ। ਆ ਕਾਂਗਰਸ ਵਾਲਿਆਂ ਨੇ ਵੀ ਜੰਤਰ ਮੰਤਰ ਤੇ ਵਿਰੋਧ ਕੀਤਾ ਕਾਨੂੰਨ ਦਾ, ਆਮ ਆਦਮੀ ਪਾਰਟੀ ਵਾਲਿਆਂ ਨੇ ਕਾਪੀਆਂ ਸਾੜਤੀਆਂ, ਹੈ ਜੀ। ਸੋ ਕਿੰਨੇ ਕਾਗਜ਼ ਅੱਜ ਹੋਰ ਸੜ ਗਏ ਜੀ। ਸੋ ਇਹ ਮੈਨੂੰ ਹੁਣ ਇਸ ਗੱਲ ਦਾ ਵੀ ਡਰ ਹੈ ਵੀ ਆਮ ਆਦਮੀ ਪਾਰਟੀ ਵਾਲਿਆਂ ਨੇ, ਮੈਂ ਪੜ੍ਹ ਰਿਹਾ ਸੀ ਕਿਤੇ, ਕਹਿੰਦੇ 10-12 ਹਜ਼ਾਰ ਤੋਂ ਵੱਧ ਕਾਪੀਆਂ ਸਾੜਤੀਆਂ। ਕਿਤੇ ਦਿੱਲੀ 'ਚ ਦੁਬਾਰਾ ਧੂੰਆਂ ਨਾ ਛਾ ਜਾਏ, ਕਿਉਂਕਿ ਪੰਜਾਬ 'ਚ ਜਦੋਂ ਧੂੰਆਂ ਆਉਂਦਾ ਹੈ ਉਹ ਦਿੱਲੀ 'ਚ ਪ੍ਰਦੂਸ਼ਣ ਹੋ ਜਾਂਦਾ। ਇਹ ਨਾ ਹੋਵੇ ਸਵੇਰੇ ਕੇਜਰੀਵਾਲ ਸਾਹਿਬ ਦਾ ਬਿਆਨ ਆ ਜਾਏ ਕਿ ਪੰਜਾਬ 'ਚ ਕਾਪੀਆਂ ਸਾੜੀਆਂ ਸੀ, ਸਾਡੇ ਦਿੱਲੀ 'ਚ ਪ੍ਰਦੂਸ਼ਣ ਆ ਗਿਆ। ਪਰ ਹੁਣ ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਸਾੜੀਆਂ, ਇਸ ਕਰਕੇ ਪ੍ਰਦੂਸ਼ਣ ਨਹੀਂ ਹੋਣਾ ਦਿੱਲੀ 'ਚ। ਹੁਣ ਜੇ ਇਹੀ ਕਾਪੀਆਂ ਸਾਡੇ ਕਿਸਾਨਾਂ ਨੇ ਸਾੜ ਦਿੱਤੀਆਂ ਹੁੰਦੀਆਂ, ਹੈ ਜੀ, ਪਰਾਲੀ ਤੋਂ ਹੀ ਬਣਦਾ ਨਾ ਕਾਗਜ਼, ਜਾਂ ਕਾਗਜ਼ ਕਿਤੋਂ ਹੋਰ ਬਣਦਾ? ਬਿਲਕੁਲ ਨਹੀਂ, ਪਰਾਲੀ ਤੋਂ ਹੀ ਬਣਦਾ ਨਾ। ਹੁਣ ਜੇ ਇਹੀ ਕਾਪੀਆਂ ਸਾਡੇ ਕਿਸਾਨਾਂ ਨੇ ਸਾੜ ਦਿੱਤੀਆਂ ਹੁੰਦੀਆਂ ਤੇ ਦਿੱਲੀ 'ਚ ਰੌਲਾ ਪੈ ਜਾਣਾ ਸੀ ਵੀ ਪੰਜਾਬ ਦੇ ਕਿਸਾਨਾਂ ਨੇ ਹਜ਼ਾਰਾਂ ਕਾਪੀਆਂ ਸਾੜਤੀਆਂ ਜੀ, ਦਿੱਲੀ 'ਚ ਪ੍ਰਦੂਸ਼ਣ ਹੋ ਗਿਆ, ਵੀ ਲਾਓ ਇਹਨਾਂ ਤੇ ਜੁਰਮਾਨਾ 1 ਕਰੋੜ ਤੇ 5 ਸਾਲ ਦੀ ਸਜ਼ਾ। ਇਹੋ ਜਿਹਾ ਨਵਾਂ ਕਾਨੂੰਨ ਬਣ ਜਾਣਾ ਸੀ। ਸੋ ਮਤਲਬ ਇਹ ਹੈ ਕਿ ਕਿਸਾਨ ਦੀ ਜਿਹੜੀ ਪਰਾਲੀ ਸਾੜਨ ਦਾ ਜਿਹੜਾ ਮਜਬੂਰੀ ਹੈ ਨਾ, ਉਹ ਸਰਕਾਰਾਂ ਕਰਕੇ ਪੈਦਾ ਹੋਈ ਹੈ। ਮੈਂ ਫਿਰ ਉਹੀ ਗੱਲ ਕਹਿਣਾ ਹੁੰਦਾ ਵੀ ਸਾਡੀਆਂ ਸਰਕਾਰਾਂ ਦੀ
ਸਾਡੀਆਂ ਸਰਕਾਰਾਂ ਦੀ ਕਾਬਲੀਅਤ ਦੇਖੋ ਕਿ ਪਰਾਲੀ ਨਹੀਂ ਸਾਂਭ ਸਕੀਆਂ ਤੇ ਸਾਡੇ ਕਾਰੋਬਾਰੀ ਦੇਖੋ ਪੂਰੇ ਮੁਲਕ 'ਚ ਸ਼ਰਾਬ ਦਾ ਕਾਰੋਬਾਰ ਸਾਂਭ ਕੇ ਪੰਜਾਬ 'ਚ ਹਾਂਜੀ ਆ ਸਾਡੇ ਆ ਮਾਈਨਿੰਗ ਵਾਲੇ ਦੇਖੋ ਇਹ ਸਾਰੇ ਮੁਲਕ ਦਾ ਸਾਡਾ ਆ ਸਾਰੇ ਪੰਜਾਬ ਦਾ ਰੇਤਾ ਸਾਂਭ ਗਏ ਤੇ ਇਹ ਹੋਰ ਨਹੀਂ ਕਿਸੇ ਮਾਫੀ ਵਾਲੇ ਨੂੰ ਹੀ ਪਰਾਲੀ ਦਾ ਠੇਕਾ ਦੇ ਦਿੰਦੇ। ਸੋ ਇਸ ਕਰਕੇ ਅਸਲ 'ਚ ਕੀ ਹੈ ਸਰਕਾਰਾਂ ਨੂੰ ਇਹ ਛੋਟੀਆਂ ਚੀਜ਼ਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਮੈਂ ਕਹਿੰਦਾ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਹੀ ਪਰਾਲੀ ਚੱਕਣ ਬਦਲੇ ਤਨਖਾਹ ਦੇਣ ਲੱਗ ਜਾਂਦੀ ਨਾ ਸਰਕਾਰ ਠੇਕੇ ਤੇ ਵੀ ਠੇਕੇ ਤੇ ਪਰਾਲੀ ਚੱਕ ਲਓ 10-10 ਹਜ਼ਾਰ ਰੁਪਇਆ ਦੇਵਾਂਗੇ ਮਹੀਨੇ ਦਾ ਜਾਂ ਉਹ ਸੀਜ਼ਨ ਦਾ 20-20 ਹਜ਼ਾਰ ਰੁਪਏ ਤਾਂ ਪਰਾਲੀ ਚੱਕੀ ਜਾਣੀ ਸੀ। ਬਿਲਕੁਲ ਲੋਕਾਂ ਨੇ ਆਪਣੇ ਮੰਜੇ ਥੱਲੇ ਹੀ ਰੱਖ ਲੈਣੀ ਸੀ ਜਿਨ੍ਹਾਂ ਨੂੰ 10-10 ਹਜ਼ਾਰ ਮਿਲਣਾ ਸੀ ਆਪਣੇ ਘਰ ਦਾ ਇੱਕ ਕਮਰਾ ਭਰ ਲੈਣਾ ਸੀ ਵੀ ਕੋਈ ਨਹੀਂ ਹੌਲੀ ਚੁੱਲ੍ਹੇ 'ਚ ਬਾਲ ਲਿਆ ਕਰੂਗੀ ਸਾਡੀ ਬੀਬੀ ਜੀ ਹਾਂਜੀ। ਸੋ ਬਣਦੇ ਆ ਨਾ ਹਾਰੇ 'ਚ ਸਾਗ ਉਹ 'ਚ ਬਾਲਣੀ ਪੈਂਦਾ ਛਟੀਆਂ ਪੈਂਦੀਆਂ ਨਾਲ ਪਰਾਲੀ ਭੋਰਾ ਪੈ ਜਾ ਕਰਨੀ ਸੀ। ਗੱਲ ਤਾਂ ਇਹ ਹੈ ਕਿ ਸਰਕਾਰ ਨੂੰ ਜਿਹੜੀ ਸਮੱਸਿਆ ਹੈ ਉਹਨੂੰ ਨਜਿੱਠਣ ਦਾ ਢੰਗ ਅਗਰ ਆਧੁਨਿਕ ਤਰੀਕੇ ਨਾਲ ਨਹੀਂ ਹੁੰਦਾ ਤਾਂ ਦੇਸੀ ਤਰੀਕੇ ਨਾਲ ਵਰਤ ਲਓ ਹਾਂਜੀ। ਜਦੋਂ ਨਹੀਂ ਆਏ ਸੀ ਟੈਲੀਵਿਜ਼ਨ ਕਬੂਤਰ ਚਿੱਠੀਆਂ ਦਿੰਦੇ ਸੀ ਨਾ ਜੀ ਇਹ ਤਾਂ ਡਾਕੀਏ ਸਾਹਿਬ ਤਾਂ ਸਾਡੇ ਬਾਅਦ 'ਚ ਆਏ। ਸੋ ਕਬੂਤਰਾਂ ਨਾਲ ਚਿੱਠੀਆਂ ਜਾਂਦੀਆਂ ਸੀ ਤੇ ਫੌਜ 'ਚ ਹੁਣ ਵੀ ਵਰਤਦੇ ਕਬੂਤਰਾਂ ਨੂੰ ਦੇਖੋ ਹਾਂਜੀ। ਸੋ ਇਸ ਕਰਕੇ ਇਹ ਗੱਲ ਤਾਂ ਹੈਗੀ ਆਪਣੀ ਵਿਵਸਥਾ ਨੂੰ ਦਰੁਸਤ ਕਰਨ ਦੀ ਚੀਜ਼ਾਂ ਨੂੰ ਸਮਝ ਕੇ ਉਹਨਾਂ ਨੂੰ ਹੱਲ ਕਰਨ ਦੀ ਕਿਉਂਕਿ ਇਹ ਸਾਰਾ ਰੌਲਾ ਪਰਾਲੀ ਤੋਂ ਸ਼ੁਰੂ ਹੋਇਆ। ਹੁਣ ਤੁਸੀਂ ਗੱਲ ਆਮ ਆਦਮੀ ਪਾਰਟੀ ਦੀ ਕੀਤੀ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਕਾਪੀਆਂ ਸਾੜੀਆਂ ਨੇ ਫੋਟੋ ਕਾਪੀਆਂ ਚਿੱਟੀ ਕਾਪੀ ਦੀ ਪ੍ਰਿੰਟ ਕਰਾਇਆ ਹੋਊਗਾ ਨਵੇਂ ਕਾਗਜ਼ਾਂ ਤੇ। ਸੋ ਚਲੋ ਉਹਨਾਂ ਨੇ ਵੀ ਆਪਣਾ ਰੋਸ ਪ੍ਰਗਟ ਕੀਤਾ ਪਰ ਅੱਜ ਕਾਪੀਆਂ ਸਾੜਨ ਵਾਲੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇਹ ਜ਼ਰੂਰ ਸੁਨੇਹਾ ਪਾਉਣ ਕਿ ਜਦੋਂ ਪੰਜਾਬ ਦੇ ਕਿਸਾਨ ਪਰਾਲੀ ਸਾੜਨ ਮਜਬੂਰੀ ਆ ਉਹਨਾਂ ਦੀ ਸੋ ਉਦੋਂ ਇਹ ਨਾ ਕਹੋ ਵੀ ਪੰਜਾਬ ਦੇ ਕਿਸਾਨਾਂ ਕਰਕੇ ਦਿੱਲੀ 'ਚ ਪ੍ਰਦੂਸ਼ਣ ਹੋ ਗਿਆ ਕਿਉਂਕਿ ਆਪਾਂ ਇਲਜ਼ਾਮਬਾਜ਼ੀਆਂ ਦੀ ਰਾਜਨੀਤੀ ਤੋਂ ਬਚਣਾ ਹੈ। ਆਮ ਆਦਮੀ ਪਾਰਟੀ ਵਾਲੇ ਦਿੱਲੀ 'ਚ ਚੰਗਾ ਕੰਮ ਕਰਦੇ ਨੇ ਕੇਜਰੀਵਾਲ ਦਿੱਲੀ 'ਚ ਚੰਗਾ ਕੰਮ ਕਰਦੇ ਨੇ। ਮੈਂ ਬਹੁਤ ਵਾਰੀ ਕਿਹਾ ਕਿ ਦਿੱਲੀ ਲਈ ਕੇਜਰੀਵਾਲ ਮਾਫਕ ਹੈ ਪੰਜਾਬ ਬਾਰੇ ਕੇਜਰੀਵਾਲ ਸਾਹਿਬ ਨੂੰ ਹੋਰ ਖੁੱਲ੍ਹਾ ਦਿਲ ਰੱਖਣਾ ਚਾਹੀਦਾ ਵੱਡਾ ਦਿਲ ਰੱਖਣਾ ਚਾਹੀਦਾ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਖਬਰਾਂ ਸੀ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਸੀ। ਬੜੇ ਵਿਸਥਾਰ ਦੇ ਨਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਚਰਚਾ ਕੀਤੀ ਹੈ ਕਿ ਕੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਕਮੇਟੀ ਨੂੰ ਲੈ ਕੇ ਜਿਹੜੀ ਅਵਿਸ਼ਵਾਸੀ ਕਿਸਾਨ ਜਥੇਬੰਦੀਆਂ ਦੇ ਵਿੱਚ ਹੈ ਉਹਨੂੰ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਉਸ ਦੇ ਲਈ ਵੀ ਸੁਝਾਅ ਜਿਹੜਾ ਦਿੱਤਾ ਹੈ। ਜੇ ਕੋਈ ਸਰਕਾਰ ਦਾ ਨੁਮਾਇੰਦਾ ਇਸ ਪ੍ਰੋਗਰਾਮ ਨੂੰ ਸੁਣ ਰਿਹਾ ਹੋਵੇ ਤਾਂ ਸਰਕਾਰ ਤੱਕ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਤਾਂ ਜੋ ਇਹਨਾਂ ਖੇਤੀ ਕਾਨੂੰਨਾਂ ਦੇ ਰੇੜਕੇ ਨੂੰ ਜਲਦ ਮੁਕਾਇਆ ਜਾ ਸਕੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਂਦੇ ਇੱਕ ਵਾਰ ਫਿਰ ਤੋਂ ਮਾਘੀ ਦੇ ਇਸ ਪਵਿੱਤਰ ਦਿਹਾੜੇ ਦੀ ਮੁਬਾਰਕਬਾਦ ਦਿੰਦੇ ਹੋਏ ਇਜਾਜ਼ਤ ਲਵਾਂਗੇ। ਡੱਲਾ ਜੀ ਬਹੁਤ ਧੰਨਵਾਦ।